हंसपाल जी ਜਿਹੜਾ ਤੁਸੀਂ ਮਿਸਾਲ ਦਿੱਤੀ ਆ ਨਾ ਉਹਨਾਂ ਨੂੰ 10 ਕਰੋੜ ਦੀ ਜਗ੍ਹਾ 12 ਕਰੋੜ ਵੀ ਬਚ ਜਾਂਦਾ ਨਾ ਤੇ ਤਾਂ ਵੀ ਉਹਨਾਂ ਨੂੰ ਇਹ ਭੈਮਸਾ ਰਹਿਣਾ ਸੀ ਕਿ ਜੇ ਮੈਂ ਸੀਮੈਂਟ ਦੇ 2 ਟਰੱਕ ਹੋਰ ਵੇਚ ਲੈਂਦਾ ਤੇ ਥੋੜਾ ਹੋਰ ਫਾਇਦਾ ਹੋ ਜਾਣਾ ਸੀਗਾ। ਮਥੁਰਾ ਤੋਂ ਚੱਲਦੇ ਟਰੱਕ ਸਾਰੀਆਂ ਚੁੰਗੀਆਂ ਕੱਟ ਕੇ ਲੁੱਕਦੇ ਟਰੱਕ ਤੇ ਮਥੁਰਾ 'ਚ ਹੀ ਵਿਕ ਜਾਂਦੇ ਆ ਤੇ ਅੰਮ੍ਰਿਤਸਰ ਤੱਕ ਉਹ ਪਹੁੰਚ ਜਾਂਦੇ ਹੁੰਦੇ ਸੀਗੇ ਕਾਗਜ਼ਾਂ 'ਚ। ਵਧੀਆ ਬੱਦਲਾਂ ਦੀ ਜਿਹੜੀ ਗੜਗੜਾਹਟ ਵਾਲਾ ਮੀਂਹ ਪਏ, ਲਗਾਤਾਰ ਮੀਂਹ ਪਏ। ਔਰ ਦੂਜੀ ਗੱਲ ਜਿਹੜੀ ਸਤਰੰਗੀ ਪੀਂਘ ਆ ਉਹ ਹਮੇਸ਼ਾ ਹੀ ਸੂਰਜ ਦੇ ਆਪੋਜ਼ਿਟ ਪੈਦਾ ਹੁੰਦੀ ਹੈ। ਸੰਘਰਸ਼ ਜੀਵਨ ਦਾ ਇੱਕ ਐਸਾ ਧੁਰਾ ਹੈ ਜਿਹੜਾ ਸਾਨੂੰ ਬਹੁਤ ਕੁਝ ਸਿਖਾਉਂਦਾ। ਸੰਸਾਰ ਦਾ ਸ਼ਾਇਦ ਹੀ ਕੋਈ ਹਿੱਸਾ ਹੋਵੇ ਜਿੱਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪਰਚਮ ਨਾ ਝੂਲਦੇ ਹੋਣ। ਪੰਜਾਬੀ ਜਿੱਥੇ ਕਿਤੇ ਵੀ ਗਏ ਆਪਣੀ ਬੋਲੀ, ਸੱਭਿਆਚਾਰ ਤੇ ਆਪਣੀ ਸ਼ਾਨਾਮਤੀ ਵਿਰਾਸਤ ਆਪਣੇ ਨਾਲ ਲੈ ਕੇ ਗਏ। ਗੀਤਾ ਦੇ ਸੰਦੇਸ਼ ਤੇ ਗੁਰੂ ਸਾਹਿਬਾਨਾਂ ਦੇ ਸਿਧਾਂਤ ਤੇ ਆਸ਼ੇ ਨੂੰ ਪਰਨਾਈ ਪੰਜਾਬੀ ਕੌਮ ਸੰਸਾਰ ਭਰ 'ਚ ਲੋੜਵੰਦਾਂ ਲਈ ਖੜਦੀ, ਮਾੜੇ ਤੇ ਨਿਤਾਣੇ ਦੀ ਬਾਂਹ ਫੜਦੀ, ਹੱਕ ਸੱਚ ਤੇ ਇਨਸਾਫ ਲਈ ਹਿੱਕ ਢਾਹ ਕੇ ਜੂਝਦੀ, ਹੱਸਦੀ ਵਸਦੀ ਮੌਲਦੀ ਤਰੱਕੀਆਂ ਦੇ ਨਵੇਂ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ। ਪੰਜਾਬੀਆਂ ਦੀ ਇਸੇ ਮਾਣਮੱਤੀ ਦੁਨੀਆ ਨੂੰ ਸਮਰਪਿਤ ਹੈ ਪੰਜਾਬੀ ਜਗਤ ਦਾ ਆਪਣਾ ਟੀਵੀ ਪੰਜਾਬੀ ਦੁਨੀਆ। ਟੀਵੀ ਪੰਜਾਬੀ ਦੁਨੀਆ ਲਈ ਤੁਹਾਡਾ ਵਿਸ਼ਵਾਸ ਤੇ ਸਾਥ ਸਾਡੀ ਤਾਕਤ ਹੈ। ਟੀਵੀ ਪੰਜਾਬੀ ਦੁਨੀਆ ਹਰ ਰੋਜ਼ ਲੈ ਕੇ ਆਉਂਦਾ ਹੈ ਆਪਣੀ ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। पंजाब करा की सिफत तेरी शाना दे सब सामान तेरे, जल पौन तेरा हरियाल तेरी दरिया पर्वत मैदान तेरे। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਹਫਤਾਵਾਰੀ ਪ੍ਰੋਗਰਾਮ ਜ਼ਿੰਦਗੀ ਦੇ ਅੰਗ ਸੰਗ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੈਂ ਹਰਜੀਤ ਸਿੰਘ ਗਿੱਲ ਸਟੂਡੀਓ ਤੋਂ ਤੇ ਮੇਰੇ ਨਾਲ ਜੁੜ ਗਏ ਨੇ ਸਰਦਾਰ ਹੀਰਾ ਸਿੰਘ ਹੰਸਪਾਲ। ਜ਼ਿੰਦਗੀ ਦੇ ਅੰਗ ਸੰਗ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ, ਦੂਜਾ ਐਪੀਸੋਡ ਲੈ ਕੇ ਤੁਹਾਡੇ ਲਈ ਅਸੀਂ ਹਾਜ਼ਰ ਹੋਏ ਹਾਂ। ਜ਼ਿੰਦਗੀ ਕੀ ਹੈ ਇਹਦੇ 'ਤੇ ਪਿਛਲੀ ਵਾਰ ਕੁਝ ਕੁ ਗੱਲਾਂ ਕੀਤੀਆਂ, ਪਰ ਜ਼ਿੰਦਗੀ ਦਾ ਮਕਸਦ ਕੀ ਹੋਣਾ ਚਾਹੀਦਾ ਉਹਦੇ 'ਤੇ ਅੱਜ ਕੁਝ ਹੰਸਪਾਲ ਰਾਣਾ ਨਾਲ ਗੱਲਾਂ ਕਰਾਂਗੇ। ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਨੇ, ਜਿੱਥੋਂ ਵੀ ਗੱਲ ਸ਼ੁਰੂ ਕਰ ਲਈਏ ਉਹੀ ਪਹਿਲੂ ਜਿਹੜਾ ਆ ਉਹ ਬੜਾ ਮਹੱਤਵਪੂਰਨ ਹੁੰਦਾ। ਜਿਵੇਂ ਅਸੀਂ ਜਾਣਦੇ ਹਾਂ ਕਿ ਜ਼ਿੰਦਗੀ ਹਰ ਇੱਕ ਵਿਅਕਤੀ ਨੂੰ ਇੱਕ ਵਿਸ਼ੇਸ਼ ਤੌਰ 'ਤੇ ਕਿਹਾ ਜਾਂਦਾ ਹੈ ਕਿ ਮਾਨਸ ਜਨਮ ਦੁਰਲੱਭ ਹੈ ਹੋਤ ਨਾ ਬਾਰੋ ਬਾਰ। ਕਿੰਨੀਆਂ ਜੂਨਾਂ ਜਿਹੜੀਆਂ ਸਾਡੇ ਧਰਮ ਗ੍ਰੰਥ ਦੱਸਦੇ ਨੇ ਉਹਨਾਂ ਤੋਂ ਬਾਅਦ ਮਨੁੱਖਾ ਜੀਵਨ ਮਿਲਦਾ ਹੈ ਜਿਹਦੇ ਵਿੱਚ ਸਾਨੂੰ ਸੋਝੀ ਹੁੰਦੀ ਹੈ। ਅਤੇ ਸੋਝੀ ਨੂੰ ਕਿਸ ਤਰ੍ਹਾਂ ਵਰਤਣਾ ਉਹ ਜਿਹੜੇ ਸਾਡੇ ਵਿਦਵਾਨ ਨੇ ਉਹ ਸਾਨੂੰ ਸਮਝਾਉਂਦੇ ਨੇ। ਬਹੁਤ ਸਾਰੇ ਅਸੀਂ ਲੋਕ ਆਮ ਜਨ ਸਧਾਰਨ ਜ਼ਿੰਦਗੀ ਨੂੰ ਵਿਅਰਥ ਹੀ ਗਵਾ ਦਿੰਦੇ ਹਾਂ। ਆਪਣੇ ਪਰਿਵਾਰ, ਧਨ ਦੌਲਤ, ਘਰ ਮਹਿਲ ਮਾੜੀਆਂ ਬਣਾਉਣ 'ਚ, ਜ਼ਮੀਨਾਂ ਖਰੀਦਣ 'ਚ, ਸੋਨਾ ਖਰੀਦਣ 'ਚ, ਹੋਰ ਧਨ ਮਾਲ ਇਕੱਠਾ ਕਰਨ ਦੇ ਵਿੱਚ। ਅਤੇ ਜਦੋਂ ਕਹਿੰਦੇ ਆ ਕਿ ਜਾਣਾ ਕੁਛ ਵੀ ਸਾਡੇ ਨਾਲ ਨਹੀਂ। ਪਿਛਲੀ ਵਾਰ ਮੇਰੇ ਖਿਆਲ ਹੰਸਪਾਲ ਰਾਣਾ ਨੇ ਮਿਸਾਲ ਦਿੱਤੀ ਸੀ ਸਿਕੰਦਰ ਮਹਾਨ ਦੀ ਕਿ ਜਦੋਂ ਗਿਆ ਤੇ ਉਹਨੇ ਦੋਨੇ ਹੱਥ ਖਾਲੀ ਸੀ। ਬਾਹਰ ਉਹਨੇ ਕਿਹਾ ਮੇਰੇ ਕਫਨ ਤੋਂ ਰੱਖਣੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੈਂ ਜਦੋਂ ਗਿਆ ਮੇਰੇ ਨਾਲ ਕੁਛ ਵੀ ਨਹੀਂ ਗਿਆ। ਸੋ ਜਿਹੜਾ ਇਹ ਜ਼ਿੰਦਗੀ ਹੈ, ਸਫ਼ਰ ਹੈ, ਇਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ, ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਚਾਹੀਦੀ ਆ, ਕਿਸ ਤਰ੍ਹਾਂ ਅਸੀਂ ਦੂਸਰਿਆਂ ਦੀ ਕੰਮ ਕਰੀਏ ਕੋਈ ਐਸਾ ਕਿ ਕੁਝ ਪੈੜਾਂ ਅਸੀਂ ਛੱਡ ਜਾਈਏ। ਸਾਡੇ ਬੱਚਿਆਂ ਨੇ ਤਾਂ ਸਾਨੂੰ ਜਿਹੜਾ ਯਾਦ ਕਰਨਾ ਹੈ। ਚੌਥੀ ਪੀੜ੍ਹੀ ਦਾ ਨਾਂ ਕਿਸੇ ਨੂੰ ਨਹੀਂ ਪਤਾ। ਮੈਨੂੰ ਮੇਰੇ ਦਾਦਾ ਪੜਦਾਦਾ ਦਾ ਨਾਂ ਯਾਦ ਹੈ, ਪੜਦਾਦੇ ਤੋਂ ਅੱਗੇ ਨਹੀਂ ਪਤਾ। ਪਿੰਡ ਦੇ ਮਰਾਸੀ ਕੋ ਕਿਸੇ ਨੇ ਅਗਰ ਫੈਮਿਲੀ ਟਰੀ ਕਢਾਇਆ ਹੋਵੇ ਤਾਂ ਗੱਲ ਵੱਖਰੀ ਆ, ਉਹ ਵੀ ਯਾਦ ਨਹੀਂ ਰਹਿੰਦਾ ਅਤੇ ਕੌਣ ਸੀ ਸਾਡਾ ਵੱਡਾ। ਅਤੇ ਜ਼ਿੰਦਗੀ 'ਚ ਯਾਦ ਉਹ ਰਹਿੰਦੀਆਂ ਚੀਜ਼ਾਂ ਜਿਹੜੀਆਂ ਅਸੀਂ ਕਿਸੇ ਲਈ ਕੁਛ ਕੰਮ ਕਰਕੇ ਜਾਂਦੇ ਹਾਂ। ਬਹੁਤ ਮਹਾਨ ਲੋਕ ਹੋਏ ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ। ਕਈਆਂ ਨੇ ਸਾਇੰਸ ਦੇ ਖੇਤਰ 'ਚ ਕੰਮ ਕੀਤਾ, ਕਿਸੇ ਨੇ ਧਰਮ ਦੇ ਖੇਤਰ 'ਚ ਕੰਮ ਕੀਤਾ, ਕਿਸੇ ਨੇ ਸਮਾਜਿਕ ਖੇਤਰ 'ਚ ਕੰਮ ਕੀਤਾ, ਕਿਸੇ ਨੇ ਸਾਇੰਸ ਦੇ ਖੇਤਰ 'ਚ ਕੰਮ ਕੀਤਾ ਜਿਹਦੇ 'ਚ ਕਈ ਮੈਡੀਸਨ। ਅਜੇ ਕੱਲ੍ਹ ਪਰਸੋਂ ਅਸੀਂ ਮੈਰੀ ਕਿਊਰੀ ਹੋਰਾਂ ਨੂੰ ਯਾਦ ਕਰਕੇ ਹਟੇ ਹਾਂ ਜਿਨ੍ਹਾਂ ਦਾ 100 ਸਾਲ ਹੋ ਗਏ ਪੈਨਸਲੀਨ ਦੀ ਜਿਨ੍ਹਾਂ ਕਾਢ ਕੱਢੀ ਸੀਗੀ। ਅਤੇ ਇਸੇ ਤਰ੍ਹਾਂ ਹੀ ਜ਼ਿੰਦਗੀ 'ਚ ਬਿਹਤਰ ਕੋਈ ਕੰਮ ਕਰਕੇ ਜਾਣ ਨੂੰ ਹੀ ਜ਼ਿੰਦਗੀ ਕਿਹਾ ਜਾਂਦਾ ਹੈ। ਸੋ ਅਸੀਂ ਹੰਸਪਾਲ ਹੋਰਾਂ ਨਾਲ ਇਸ ਸੰਬੰਧ 'ਚ ਕੁਝ ਗੱਲਾਂ ਬਾਤਾਂ ਕਰਾਂਗੇ।
ਆਪਣੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਸਰਦਾਰ ਹੀਰਾ ਸਿੰਘ ਹੰਸਪਾਲ ਰਾਂ ਦਾ ਵੀ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਜੀ। ਮੇਰੇ ਵੱਲੋਂ ਪੰਜਾਬੀ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ, ਗਿੱਲ ਸਾਹਿਬ ਤੁਹਾਨੂੰ ਤੇ ਤੁਹਾਡੇ ਨਾਲ ਸਾਰੀ ਆਫਲਾਈਨ ਵੀ ਕੰਮ ਕਰਦੀ ਸਾਰੀ ਟੀਮ ਨੂੰ ਦਿਲੋਂ ਸਤਿਕਾਰ ਕਰਦਾ ਹੈ। ਔਰ ਅਸੀਂ ਜਿਹੜੇ ਦੋਨੇ ਜਾਣੇ ਆ, ਅਸੀਂ ਬਿਲਕੁਲ ਸਧਾਰਨ ਜਿਹੇ ਮਨੁੱਖ ਹੈ। ਜੀ ਜੀ ਬਿਲਕੁਲ। ਔਰ ਅਸੀਂ ਤੁਹਾਡੇ ਨਾਲ ਮੇਰਾ ਬਹੁਤ ਪੁਰਾਣਾ ਸਾਥ ਹੈ। ਅਸੀਂ ਤਾਂ ਜ਼ਿੰਦਗੀ ਨੂੰ ਪਿਆਰ ਕਰਨ ਵਾਲੇ ਲੋਕ ਆ। ਅਸੀਂ ਕੋਈ ਬਹੁਤ ਵੱਡੇ ਵਿਦਵਾਨ ਫਿਲਾਸਫਰ ਨਹੀਂ ਹੈ, ਬਟ ਇਹ ਹੈ ਕਿ ਜ਼ਿੰਦਗੀ ਨੂੰ ਪਿਆਰ ਕਰਦੇ ਕਰਦੇ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਵੇਖਣ ਦਾ ਮੌਕਾ ਮਿਲਿਆ ਹੈ, ਬਹੁਤ ਵੱਡੇ ਲੋਕਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਔਰ ਉਹ ਸੰਗਤ ਨੇ ਸ਼ਾਇਦ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਕੁਝ ਜਿਹੜੀਆਂ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਕਿ ਚਲੋ ਇਸ ਜੀਵਨ ਨੂੰ ਸਫਲਾ ਕਰੀਏ, ਇਸ ਜੀਵਨ ਦੇ ਮਕਸਦ ਨੂੰ ਸਮਝੀਏ। ਤੋ ਤੁਸੀਂ ਅੱਜ ਦਾ ਵਿਸ਼ਾ ਵੀ ਇਹੀ ਰੱਖ ਲਿਆ ਕਿ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ। ਤੋ ਇਹਦੇ ਉੱਤੇ ਵਿਚਾਰ ਚਰਚਾ ਕਰਾਂਗੇ। ਸਾਨੂੰ ਸਾਡੇ ਦਰਸ਼ਕਾਂ ਦੇ ਵੀ ਬਹੁਤ ਪਿਆਰੇ ਪਿਆਰੇ, ਬਹੁਤ ਸਤਿਕਾਰਤ ਜਿਹੜੇ ਆ ਉਹ ਪਿਛਲੇ ਐਪੀਸੋਡ ਤੇ ਮੈਨੂੰ ਮੈਸੇਜ ਆਏ, ਫੋਨ ਕਾਲਸ ਆਈਆਂ। ਬਹੁਤ ਉੱਘੀ ਲੇਖਕਾ ਹੈ ਜਸਮੀਨ ਮਾਹੀ, ਧਾਰੀਵਾਲ ਗੁਰਦਾਸਪੁਰ ਤੋਂ ਸੀ। ਉਹਨਾਂ ਦਾ ਮੈਨੂੰ ਲੰਬਾ ਫੋਨ ਆਇਆ WhatsApp ਤੇ ਕਿ ਬਹੁਤ ਹੀ ਉੱਤਮ ਵਿਸ਼ਾ ਸੀ, ਇਹਨੂੰ ਜਾਰੀ ਰੱਖੋ। ਔਰ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਉਹ ਆਮ ਮਨੁੱਖਾਂ ਦੇ ਉਹ ਕਹਿੰਦੀ ਸਮਝ ਵਿੱਚ ਆਉਣ ਵਾਲੀਆਂ ਨੇ। ਤੁਸੀਂ ਕੋਈ ਭਾਰੇ ਭਾਰੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ, ਬੜੀ ਸਾਦੀ ਭਾਸ਼ਾ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ। ਅਮਨਪ੍ਰੀਤ ਕੌਰ ਸੇਖੋਂ ਲੁਧਿਆਣੇ ਤੋਂ ਲੇਖਕਾਂ ਨੇ, ਬਹੁਤ ਉਮਦਾ ਲਿਖਦੇ ਨੇ, ਬਹੁਤ ਪਿਆਰ ਭਰਿਆ ਲਿਖਦੇ ਨੇ, ਜ਼ਿੰਦਗੀ ਨੂੰ ਬਹੁਤ ਪਿਆਰ ਕਰਨ ਵਾਲੀਆਂ ਨਜ਼ਮਾਂ ਲਿਖਦੇ ਨੇ। ਉਹਨਾਂ ਦਾ ਮੈਸੇਜ ਆਇਆ ਸੀ ਕਿ ਜ਼ਿੰਦਗੀ ਕੀ ਹੈ। ਇਹ ਵਿਸ਼ਾ ਜਿਹੜਾ ਸੀ ਉਹ ਕਹਿੰਦੇ ਬਹੁਤ ਲੰਬਾ ਹੈ, ਬਟ ਜਿੰਨਾ ਵੀ ਤੁਸੀਂ ਇਸ ਵਿਸ਼ੇ ਤੇ ਗੱਲ ਕੀਤੀ ਉਹ ਬੜੀ ਸਾਰਥਕ ਵਿਸ਼ੇ ਦੀ ਗੱਲ ਸੀਗੀ। ਔਰ ਆਮ ਸਧਾਰਨ ਮਨੁੱਖਾਂ ਦੇ ਜਿਹੜੀ ਆ, ਆਮ ਸਧਾਰਨ ਲੋਕਾਂ ਦੇ ਵਿੱਚ ਸਮਝ ਆਉਣ ਵਾਲੀ ਗੱਲ ਸੀ। ਇੱਕ ਹੋਰ ਬਹੁਤ ਅੱਛੇ ਲੇਖਕਾਂ ਨੇ, ਅਨੀਤਾ ਗੰਦਰ ਜੀ ਸੰਗਰੂਰ ਤੋਂ, ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ। ਉਹਨਾਂ ਨੇ ਵੀ ਇਹੀ ਗੱਲ ਕਹੀ, ਉਹਨਾਂ ਲਿਖ ਕੇ ਵੀ ਭੇਜਿਆ ਹੈ ਕਾਫੀ ਲੰਬਾ ਚੌੜਾ ਕਮੈਂਟ ਮੈਨੂੰ WhatsApp ਦੇ ਉੱਤੇ। ਔਰ ਇਵੇਂ ਇੱਕ ਬਹੁਤ ਅੱਛੇ ਟਰਾਂਸਲੇਟਰ ਨੇ ਰਵਿੰਦਰ ਸਿੰਘ ਬਾਠ, ਮੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਿਤ ਨੇ। ਬਹੁਤ ਸਾਰੇ ਅੱਛੇ ਨਾਵਲ ਜਿਹੜੇ ਨੇ ਉਹਨਾਂ ਨੂੰ ਪੰਜਾਬੀ ਵਿੱਚ ਟਰਾਂਸਲੇਟ ਕੀਤਾ ਹੈ। ਔਰ ਉਹਨਾਂ ਦਾ ਮੈਨੂੰ ਮੈਸੇਜ ਵੀ ਆਇਆ ਸੀ ਤੇ ਉਹਨਾਂ ਮੇਰੇ ਨਾਲ ਗੱਲ ਵੀ ਕੀਤੀ ਕਿ ਜੋ ਤੁਸੀਂ ਗੱਲਾਂ ਕਰਦੇ ਜੇ ਇਹਨਾਂ ਨੂੰ ਹੁਣ ਲਿਖਣਾ ਵੀ ਸ਼ੁਰੂ ਕਰੋ ਔਰ ਲਿਖ ਕੇ ਵੀ ਇਹਨਾਂ ਨੂੰ ਕਿਤੇ ਸੰਭਾਲੋ, ਕੰਮ ਦੀਆਂ ਗੱਲਾਂ ਨੇ। ਸੋ ਉਹ ਪਹਿਲੇ ਐਪੀਸੋਡ ਦੇ ਉੱਤੇ ਇਹ ਚਾਰ ਜਿਹੜੇ ਉੱਘੇ ਸਮਾਜ ਵਿੱਚ ਕੰਮ ਕਰਦੇ ਲੋਕ, ਇਹਨਾਂ ਦੇ ਜਦੋਂ ਮੈਸੇਜ ਆਏ ਤੇ ਉਹਨਾਂ ਨੇ ਉਤਸ਼ਾਹਿਤ ਕੀਤਾ ਕਿ ਇਹ ਵਾਕਈ ਜੇ ਅਸੀਂ ਪ੍ਰੋਗਰਾਮ ਸਾਡੇ ਲੋਕਾਂ ਦੀ ਸਮਝ ਵਿੱਚ ਸਾਡੀ ਗੱਲ ਆਉਂਦੀ ਹੈ ਤੇ ਸਾਡੇ ਨਾਲ ਸਹਿਮਤ ਹੁੰਦੇ ਆ ਤੇ ਪ੍ਰੋਗਰਾਮ ਦੀ ਸਾਰਥਕਤਾ ਜਿਹੜੀ ਆ ਉਹ ਬਹੁਤ ਵੱਧਦੀ ਹੈ। ਤੋ ਅਜਿਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਸ ਕਰਦਾ ਕਿ ਅੱਜ ਦੇ ਜਿਹੜਾ ਅਸੀਂ ਕਰਨ ਜਾ ਰਹੇ ਹਾਂ ਪ੍ਰੋਗਰਾਮ, ਇਹਦੇ ਵਿੱਚ ਵੀ ਸਾਡੇ ਦਰਸ਼ਕ ਸ਼ਮੂਲੀਅਤ ਕਰਨਗੇ ਔਰ ਉਹਨਾਂ ਦਰਸ਼ਕਾਂ ਦੇ ਉਤਸ਼ਾਹਜਨਕ ਹੰਗਾਰੇ ਸਾਨੂੰ ਮਿਲਣਗੇ। ਤੋ ਜ਼ਿੰਦਗੀ ਦਾ ਮਕਸਦ ਕੀ ਹੈ? ਹੰਸਪਾਲ ਜੀ, ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਕਿ ਦੋਸਤਾਂ ਦੇ ਮੈਸੇਜ ਆਏ ਔਰ ਬਹੁਤ ਵਧੀਆ ਲੱਗਿਆ। ਵੈਸੇ ਵੀ ਆਪਾਂ ਹੁਣ ਜੋ ਕੁਝ ਕਰਦੇ ਹਾਂ, ਸਾਇੰਸ ਦਾ ਯੁੱਗ ਆ ਗਿਆ ਹੁਣ, ਤਾਂ ਵੀਡੀਓ ਜਿਹੜੀਆਂ ਨੇ ਉਹਨਾਂ ਦੀਆਂ ਜਿਹੜੀਆਂ ਹੁਣ ਬੁੱਕਸ ਨੇ ਰਿਟਨ, ਉਹਨਾਂ ਦੀਆਂ ਆਡੀਓ ਬੁੱਕਸ ਆਉਣ ਲੱਗ ਪਈਆਂ। ਬਹੁਤ ਸਾਰੇ, ਇੱਕ ਸਾਡੇ ਮੈਡਮ ਸੈਣੀ ਨੇ, ਦਵਿੰਦਰ ਸੈਣੀ ਰੀ ਲੁਧਿਆਣੇ ਤੋਂ, ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਬਹੁਤ ਵਧੀਆ ਕਿਤਾਬਾਂ ਨੇ ਉਹਨਾਂ ਨੂੰ ਆਡੀਓ ਬੁੱਕ 'ਚ ਕਨਵਰਟ ਕੀਤਾ ਕਿ ਲੋਕਾਂ ਕੋਲ ਹੁਣ ਪੜ੍ਹਨ ਦਾ ਰੁਚੀ ਵੀ ਘੱਟ ਹੈ ਤੇ ਸਮਾਂ ਵੀ ਘੱਟ ਹੈ। ਤੇ ਹੁਣ ਵਿਗਿਆਨ ਦਾ ਸਮਾਂ ਹੈ ਤੇ ਜਿਹੜੀ ਇਹ ਚੀਜ਼ ਠੀਕ ਹੈ ਬੁੱਕਸ 'ਚ ਆਪਣੇ ਤਾਂ ਬਹੁਤ ਅਹਿਮ ਨੇ, ਤੇ ਜਿਹੜੀ ਚੀਜ਼ ਅਸੀਂ ਗੱਲਬਾਤ ਟੀਵੀ ਤੇ ਵੀ ਕਰਦੇ ਆ ਉਹ ਹਮੇਸ਼ਾ ਲਈ YouTube ਤੇ ਸਾਂਭੀ ਜਾਂਦੀ ਆ। ਤੁਸੀਂ ਕਦੀ ਵੀ ਅਸੀਂ ਲੋਕ ਉਹਨੂੰ ਦੁਬਾਰਾ ਵੇਖ ਸਕਦੇ ਹਾਂ, ਅਸੀਂ ਵੀ ਆਪਣੀਆਂ ਯਾਦਾਂ ਤਾਜ਼ਾ ਕਰ ਸਕਦੇ ਹਾਂ ਔਰ ਸਾਡੇ ਦਰਸ਼ਕ ਵੀ ਉਸ ਚੀਜ਼ ਨੂੰ ਵੇਖ ਕੇ ਸਾਨੂੰ ਮਸ਼ਵਰਾ ਵੀ ਦੇ ਸਕਦੇ ਆ। ਕੋਈ ਸਾਡੀ ਕਮੀ ਆ ਤੇ ਉਹਨੂੰ ਸੁਧਾਰ ਵੀ ਸਕਦੇ ਹਾਂ ਅਸੀਂ। ਜੇ ਕੁਝ ਚੰਗਾ ਲੱਗੇ ਤੇ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਤਾਂ ਕਿ ਅਸੀਂ ਹੋਰ ਚੰਗੇ ਢੰਗ ਨਾਲ ਗੱਲ ਕਰੀਏ। ਵੈਸੇ ਜਿਹੜੀ ਤੁਸੀਂ ਯੂਨੀਵਰਸਿਟੀਆਂ 'ਚ ਰਹੇ ਹੋ ਸਾਰੀ ਉਮਰ ਹੰਸਪਾਲ ਜੀ, ਜਿਹੜੇ ਸਾਡੇ ਵਿਦਵਾਨ ਨੇ, ਤੁਸੀਂ ਕਿਹਾ ਨਾ ਵਿਦਵਾਨਾਂ ਤੋਂ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ। ਉਹ ਤਾਂ ਚੀਜ਼ਾਂ ਨੂੰ ਗੁੰਝਲਦਾਰ ਬਣਾ ਕੇ ਪੇਸ਼ ਕਰਦੇ ਆ। ਬਹੁਤ ਵਾਰੀ ਤਾਂ ਉਹ ਗੱਲ ਕਰਦੇ ਆ ਪੰਜਾਬੀ 'ਚ ਸਾਨੂੰ ਸਮਝ ਨਹੀਂ ਆਉਂਦੀ ਉਹ ਕਹਿਣਾ ਕੀ ਚਾਹੁੰਦੇ ਆ। ਉਹਨਾਂ ਦੀ ਲਿਖਤਾਂ 'ਚੋਂ ਵੀ ਇੱਦਾਂ ਹੀ ਲੱਗਦਾ ਹੁੰਦਾ। ਤੇ ਖਾਸ ਕਰਕੇ ਜਿਹੜੇ ਪੇਂਡੂ ਮੁਹਾਂਦਰੇ ਵਾਲੀ ਪੰਜਾਬੀ ਬੋਲਣ ਵਾਲੇ ਅਸੀਂ ਲੋਕ ਆ ਜਿਨ੍ਹਾਂ ਦਾ ਪਿਛੋਕੜ ਪਿੰਡਾਂ ਦਾ ਆ, ਉਹ ਕਈ ਵਾਰ ਕਹਿੰਦੇ ਆ ਯਾਰ ਨਾਲ ਕੋਈ ਉਲਥਾ ਕਰਨ ਵਾਲਾ ਬੰਦਾ ਰੱਖ ਲਓ, ਜਦੋਂ ਕੋਈ ਐਡਾ ਵੱਡਾ ਵਿਦਵਾਨ ਬੋਲ ਰਿਹਾ ਹੋਵੇ ਤੇ ਸਾਡੇ ਪੱਲੇ ਕੁਝ ਨਹੀਂ ਜੇ ਪੈਂਦਾ। ਪਾਕਿਸਤਾਨ ਵਾਲਿਆਂ ਦੀ ਵੀ ਹਮੇਸ਼ਾ ਸ਼ਿਕਾਇਤ ਰਹਿੰਦੀ ਆ। ਇਸ ਕਰਕੇ ਸਿੰਪਲ ਭਾਸ਼ਾ ਤੇ ਸਾਫ਼ ਗੋਈ ਨਾਲ ਕੀਤੀ ਗੱਲ ਜਿਹੜੀ ਆ ਉਹ ਦਿਲ 'ਚੋਂ ਕੀਤੀ ਹੁੰਦੀ ਆ ਤੇ ਦਿਲਾਂ ਤੱਕ ਪਹੁੰਚਦੀ ਆ, ਇਸ ਕਰਕੇ ਵੀ ਉਹ ਚੰਗੀ ਲੱਗਦੀ ਆ।
ਜੀ ਸਰ। ਔਰ ਇਹੀ ਸਾਡੇ ਦਰਸ਼ਕਾਂ ਦੀ ਭਾਵਨਾ ਸੀ ਜਿਹੜੀ ਅਸੀਂ ਅੱਜ ਐਪੀਸੋਡ ਦੇ ਵਿੱਚ ਅਸੀਂ ਕੀਤੀ ਆ ਕਿ ਮੈਨੂੰ ਬਿਲਕੁਲ ਉਹਨਾਂ ਨੇ ਗੱਲ ਕਿਹਾ ਕਿ ਤੁਸੀਂ ਬਹੁਤ ਭਾਰੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਉਹ ਸਾਡੇ ਉਹ ਕਈ ਵਾਰ ਵਾਕਈ ਜਦੋਂ ਅਸੀਂ ਸੈਮੀਨਾਰਾਂ 'ਚ ਬੈਠਦੇ ਆ, ਉੱਥੇ ਸਾਰੇ ਬੈਠਦੇ ਆ ਤੇ ਉਹ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਆ, ਜਦ ਕਿ ਅਸੀਂ ਪੰਜਾਬ ਦੇ ਜੰਮਪਲ ਹੋਣ ਦੇ ਬਾਵਜੂਦ ਸਾਰਾ ਜੀਵਨ ਪੰਜਾਬ ਵਿੱਚ ਕੱਢਿਆ। ਉਹ ਜਿਹੜੀ ਸ਼ਬਦਾਵਲੀ ਹੁੰਦੀ ਆ ਉਹ ਸਾਡੇ ਉੱਤੋਂ ਦੀ ਲੰਘ ਜਾਂਦੀ ਆ। ਕਰਨ ਵਾਲਾ ਬੰਦਾ ਵੀ ਜਿਹੜਾ ਹੈ ਮੌਜੂਦ ਰੱਖਣ ਦੀ ਕਿਹਾ। ਤਾਂ ਜ਼ਿੰਦਗੀ ਦਾ ਮਕਸਦ ਕੀ ਹੈ? ਕੀ ਜ਼ਿੰਦਗੀ ਜਿਹੜੀ ਗਿੱਲ ਸਾਹਿਬ ਉਹ ਸਿਰਫ ਸਾਡੇ ਤੱਕ ਹੀ ਹੈ? ਬੈਠਦੇ ਆ ਤੇ ਉਹ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ, ਜਦ ਕਿ ਅਸੀਂ ਪੰਜਾਬ ਦੇ ਜੰਮਪਲ ਹੋਣ ਦੇ ਬਾਵਜੂਦ ਸਾਰਾ ਜੀਵਨ ਜੀ ਹੰਸਪਾਲ ਜੀ, ਤੇ ਉਹ ਜਿਹੜੀ ਜ਼ਿੰਦਗੀ ਆ ਕੀ ਇਹ ਸਾਡੇ ਤੱਕ ਹੀ ਹੈ? ਕੀ ਅਸੀਂ ਆਪਣੀ ਜ਼ਿੰਦਗੀ ਆਪਣੇ ਲਈ ਜੀ ਕੇ ਤੁਰ ਜਾਣਾ, ਜਾਂ ਸਾਡੇ ਸਮਾਜ, ਸਾਡੇ ਪਰਿਵਾਰ ਤੇ ਸਾਡੇ ਚੁਗਿਰਦੇ ਦੇ ਲੋਕਾਂ ਦਾ ਵੀ ਜ਼ਿੰਦਗੀ ਦੇ ਉੱਤੇ ਅਧਿਕਾਰ ਹੈਗਾ? ਤਾਂ ਜੇ ਜ਼ਿੰਦਗੀ ਦਾ ਮਕਸਦ ਸਮਝਣਾ ਹੋਏ ਤੇ ਪਹਿਲੀ ਗੱਲ ਤਾਂ ਇਹ ਵੇਖਣੀ ਚਾਹੀਦੀ ਆ ਕਿ ਜਿਹੜੇ ਲੋਕ ਆਪਣੀ ਜ਼ਿੰਦਗੀ ਆਪੇ ਤੱਕ ਜੀਉ ਕੇ ਚਲ ਗਏ, ਕੀ ਉਹ ਜ਼ਿੰਦਗੀ ਦੀ ਸਾਰਥਕਤਾ ਸੀ? ਮੈਨੂੰ ਸੋਹਣ ਸਿੰਘ ਸੀਤਲ ਦੀ ਇੱਕ ਲਾਈਨ ਯਾਦ ਆ ਰਹੀ ਆ ਕਿ ਚੜ ਕੇ ਹਿਰਸ ਹਵਾ ਦੇ ਘੋੜੇ, ਐਵੇਂ ਜੰਗ ਮਾਇਆ ਦੇ ਜੋੜੇ। ਐਵੇਂ ਜੋੜ ਕੇ ਸਾਰਾ ਕੁਝ ਕਰ ਲਿਆ। ਉਹ ਬੜੀ ਲੰਬੀ ਉਹਨਾਂ ਦੀ ਹੈਗੀ ਆ, ਸੋਹਣ ਸਿੰਘ ਸੀਤਲ ਜਿਹੜੇ ਪੰਜਾਬ ਦੇ ਬਹੁਤ ਉੱਗੇ ਢਾਡੀ ਸੀਗੇ, ਵੀ ਉਹ ਸਾਰੀ ਮਾਇਆ ਜਿਹੜੀ ਆ ਉਹ ਐਵੇਂ ਕਰ ਗਈ, ਉਹ ਤੈਨੂੰ ਕੱਖ ਨਹੀਂ ਪਤਾ ਲੱਗਾ। ਔਰ ਉਹ ਨਜ਼ਮ ਦੇ ਵਿੱਚ ਉਹ ਜਿਹੜੀ ਆਪਣੀ ਵਾਰ ਆ, ਉਹ ਵਾਰ ਦੇ ਵਿੱਚ ਬਹੁਤ ਵੱਡਾ ਸੰਦੇਸ਼ ਦਿੰਦੇ ਆ। ਤਾਂ ਉਹ ਵੀ ਇੱਕ ਜ਼ਿੰਦਗੀ ਦੇ ਪੱਖ ਦੇ ਉੱਤੇ ਲੋਕ ਜੂਝ ਰਹੇ ਨੇ ਜਿਨ੍ਹਾਂ ਦੀ ਸੰਤੁਸ਼ਟੀ ਹੋ ਹੀ ਨਹੀਂ ਰਹੀ। ਅਰਬਾਂ ਖਰਬਾਂ ਟਰਾਂਸਪੋਰਟਾਂ, ਵੱਡੇ ਮਹਿਲ ਮਨਾਰੇ, ਪਤਾ ਨਹੀਂ ਕੀ ਕੁਛ ਜੋੜੀ ਜਾਂਦੇ ਆ। ਔਰ ਕਈ ਵਾਰ ਉਹਨਾਂ ਲੋਕਾਂ ਦੇ ਨੇੜੇ ਜਾਣ ਦਾ ਮੌਕਾ ਵੀ ਮਿਲਿਆ ਹੈ। ਉਹ ਜਦੋਂ ਵੀ ਉਹਨਾਂ ਨੂੰ ਮਿਲੇ ਆ ਤੇ ਉਹ ਜਿਹੜੇ ਇਸ ਤਰ੍ਹਾਂ ਦੀ ਪ੍ਰਵਿਰਤੀ ਦੇ ਲੋਕ ਨੇ, ਉਹ ਹਮੇਸ਼ਾ ਹੌਕਿਆਂ 'ਚ ਜੀ ਰਹੇ ਹੁੰਦੇ ਨੇ। ਮੈਨੂੰ ਇੱਕ ਆਪਣੇ ਨਾਲ ਕੰਮ ਕਰਦੇ ਬੰਦੇ ਸੀ, ਤੇ ਇੱਕ ਦਿਨ ਹੌਕਾ ਜਿਹਾ ਲੈਣ ਦੇ ਮਤਲਬ ਕੰਟਰੈਕਟਰ ਸੀਗੇ। ਮੈਂ ਉਸ ਪ੍ਰੋਜੈਕਟ ਦੇ ਉੱਤੇ ਐਜ਼ ਜੂਨੀਅਰ ਇੰਜੀਨੀਅਰ ਕੰਮ ਕਰ ਰਿਹਾ ਸੀ। ਤੇ ਆਮ ਲੋਕਾਂ ਨੂੰ ਪਤਾ ਕਿ ਜੂਨੀਅਰ ਇੰਜੀਨੀਅਰ ਨੂੰ ਤਾਂ ਪ੍ਰੋਜੈਕਟ ਦੀ ਸਾਰੀ ਹੀ ਗੱਲ ਦਾ ਪਤਾ ਹੁੰਦਾ, ਜਿਵੇਂ ਕਹਿੰਦੇ ਕਿ ਦਾਈਆਂ ਤੋਂ ਪੇਟ ਨਹੀਂ ਲਗਾਏ ਜਾ ਸਕਦੇ ਜੂਨੀਅਰ ਇੰਜੀਨੀਅਰ। ਤੇ ਉਹ ਬਹੁਤ ਚਿੰਤਾਤੁਰ ਮੁਦਰਾ 'ਚ ਸੀਗੇ ਗਿੱਲ ਸਾਹਿਬ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ, ਮੈਂ ਨਾਂ ਨਹੀਂ ਇੱਥੇ ਲੈਣਾ ਚਾਹੁੰਦਾ। ਕਹਿੰਦੇ ਕਿ ਮੈਨੂੰ 2 ਕਰੋੜ ਦਾ ਘਾਟਾ ਪੈ ਗਿਆ। ਮੈਂ ਉਹ ਬਹੁਤ ਹੈਰਾਨ ਹੋਇਆ। ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਬਾਊ ਜੀ, ਤੁਹਾਨੂੰ 2 ਕਰੋੜ ਦਾ ਘਾਟਾ ਕਿੱਥੇ ਪੈ ਗਿਆ? ਮੈਂ ਤਾਂ ਤੁਹਾਡੇ ਨਾਲ ਇਕੱਲੀ ਆਈਟਮ, ਤੁਹਾਨੂੰ ਤੇ ਮਤਲਬ ਮੇਰੇ ਹਿਸਾਬ ਨਾਲ ਤੁਹਾਡਾ ਪ੍ਰੋਜੈਕਟ ਜਿਹੜਾ ਹੈ ਉਹ 7-8% ਪ੍ਰੋਫਿਟ ਜਾ ਰਿਹਾ। ਉਹ ਕਹਿੰਦੇ ਵੀ ਮੈਨੂੰ 10% ਪ੍ਰੋਫਿਟ ਹੋਣਾ ਚਾਹੀਦਾ ਸੀ, 8% ਹੋਇਆ, ਇਸ ਕਰਕੇ ਮੈਨੂੰ ਘਾਟਾ ਪੈ ਗਿਆ। ਸੋ ਜਿਹੜੇ ਲੋਕ ਜਿਹੜੇ ਆ ਉਹ ਵੀ ਜ਼ਿੰਦਗੀ ਨੂੰ ਜਿਉ ਰਹੇ ਹੁੰਦੇ ਨੇ ਕਿ ਉਹ ਕਹਿੰਦੇ ਕਿ ਮੈਨੂੰ ਇਸ ਪ੍ਰੋਜੈਕਟ ਦੇ ਵਿੱਚੋਂ 10 ਕਰੋੜ ਵੱਡਾ ਪ੍ਰੋਜੈਕਟ ਸੀ, 10 ਕਰੋੜ ਬਚਣਾ ਚਾਹੀਦਾ ਸੀਗਾ ਤੇ ਮੈਨੂੰ 8 ਕਰੋੜ ਬਚਣਾ ਹੈ, ਤਾਂ ਮੈਨੂੰ 2 ਕਰੋੜ ਦਾ ਘਾਟਾ ਪੈ ਗਿਆ। ਔਰ ਉਹਨਾਂ ਦੇ ਉਹ ਜਿਹੜੇ ਹੌਕੇ ਉਸ ਵੇਲੇ ਸੀ, ਉਹ ਮੇਰੇ ਤੋਂ ਵੀ ਲਾਗੇ ਬੈਠੇ ਸਹਿ ਨਹੀਂ ਜਾ ਸਕਦੇ। ਤਾਂ ਜ਼ਿੰਦਗੀ ਜਿਹੜੇ ਇਸ ਤਰ੍ਹਾਂ ਦੀ ਲੋਕ ਜੀਂਦੇ ਆ, ਮੈਨੂੰ ਵੀ ਜਾਪਦਾ ਕਿ ਉਹ ਸਾਰਾ ਕੁਝ ਉਹਨਾਂ ਦੀ ਜ਼ਿੰਦਗੀ ਦਾ ਸੰਸਾਰ ਤੇ ਆਉਣਾ ਨਥਾਰਥਕ ਜਿਹਾ ਹੀ ਆ, ਉਹਦਾ ਕੋਈ ਸਾਰਥਕਤਾ ਹੈ ਹੀ ਨਹੀਂ। ਤਾਂ ਜ਼ਿੰਦਗੀ ਜਿਹੜੀ ਆ ਉਹ ਚੁਗਿਰਦੇ ਵਿੱਚ ਵਿਚਰਦੇ ਆ, ਚੁਗਿਰਦੇ ਲਈ ਕੁਛ ਕਰ ਜਾਣੇ ਆ। ਜਿਉਣੀ ਜਿਹੜੀ ਆ ਉਹ ਫਿਰ ਜ਼ਿੰਦਗੀ ਨੂੰ ਬਹੁਤ ਵਧੀਆ ਮਕਸਦ ਦਿੰਦੀ ਆ। ਤੇ ਜਿਹੜੇ ਲੋਕ ਆਪੇ ਦੇ ਵਿੱਚ ਹੀ ਤੁਰ ਜਾਂਦੇ ਆ ਤੇ ਉਹ ਨਾ ਤਾਂ ਚੰਗਾ ਖਾਂਦੇ ਨੇ, ਨਾ ਚੰਗਾ ਰਹਿੰਦੇ ਨੇ, ਤੇ ਨਾ ਹੀ ਉਹ ਆਪਣੇ ਚੁਗਿਰਦੇ ਲਈ ਕੋਈ ਚੰਗਾ ਕੰਮ ਕਰਦੇ ਨੇ। ਤਾਂ ਜ਼ਿੰਦਗੀ ਦੀ ਸਾਰਥਕਤਾ ਜਿਹੜੀ ਆ ਉਹ ਵੱਖ-ਵੱਖ ਮੁੱਦਿਆਂ ਤੇ ਵੀ ਅਸੀਂ ਗੱਲ ਕਰ ਸਕਦੇ ਹਾਂ ਕਿ ਆਪਣੇ ਲਈ ਜ਼ਿੰਦਗੀ ਜਿਉਣੀ ਜਿਹੜੀ ਆ, ਮੈਂ ਉਹਨੂੰ ਕੋਈ ਜ਼ਿੰਦਗੀ ਦੀ ਸਾਰਥਕਤਾ ਦਾ ਮਿਸ਼ਨ ਵਾਲੀ ਜ਼ਿੰਦਗੀ ਨਹੀਂ। ਹੰਸਪਾਲ ਜੀ, ਜਿਹੜਾ ਤੁਸੀਂ ਮਿਸਾਲ ਦਿੱਤੀ ਆ ਨਾ, ਉਹਨਾਂ ਨੂੰ 10 ਕਰੋੜ ਦੀ ਜਗ੍ਹਾ 12 ਕਰੋੜ ਵੀ ਬਚ ਜਾਂਦਾ ਨਾ, ਤੇ ਤਾਂ ਵੀ ਉਹਨਾਂ ਨੂੰ ਇਹ ਭੈਮਸਾ ਰਹਿਣਾ ਸੀ ਕਿ ਜੇ ਮੈਂ ਸੀਮੈਂਟ ਦੇ 2 ਟਰੱਕ ਹੋਰ ਵੇਚ ਲੈਂਦਾ ਤੇ ਥੋੜਾ ਹੋਰ ਫਾਇਦਾ ਹੋ ਜਾਣਾ ਸੀਗਾ। ਬਹੁਤ ਕੁਝ ਹੈ, ਬਹੁਤ ਸਾਡੇ ਆਲੇ ਦੁਆਲੇ ਇਹੋ ਜਿਹਾ ਪਸਾਰਾ ਸਾਨੂੰ ਆਮ ਹੀ ਮਿਲਦਾ ਹੈ। ਸਾਡੇ ਮਹਿਕਮਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਸ ਤਰ੍ਹਾਂ ਦਾ ਵਿਹਾਰ ਰਿਹਾ ਕਿ ਮਥੁਰਾ ਤੋਂ ਚੱਲਦੇ ਟਰੱਕ ਸਾਰੀਆਂ ਚੁੰਗੀਆਂ ਕੱਟ ਕੇ ਲੁੱਕਦੇ ਟਰੱਕ ਤੇ ਮਥੁਰਾ 'ਚ ਹੀ ਵਿਕ ਜਾਂਦੇ ਆ, ਤੇ ਅੰਮ੍ਰਿਤਸਰ ਤੱਕ ਉਹ ਪਹੁੰਚ ਜਾਂਦੇ ਹੁੰਦੇ ਸੀਗੇ ਕਾਗਜ਼ਾਂ 'ਚ। ਤੇ ਉਹਨਾਂ ਲੋਕਾਂ ਨੇ 2-2 3-3 ਘਰ ਵੀ ਬਣਾ ਲਏ, ਕਰ ਲਿਆ। ਪਰ ਅੱਗੇ ਚੱਲ ਕੇ ਜਿਹੜਾ ਕਹਿੰਦੇ ਆ ਨਾ, ਕੁਦਰਤ ਆਪਣਾ ਇਨਸਾਫ ਕਰਦੀ ਆ, ਕੁਦਰਤ ਬੈਲੈਂਸ ਰੱਖਦੀ ਆ ਹਮੇਸ਼ਾ। ਜੇ ਤੁਹਾਨੂੰ ਬਹੁਤ ਜ਼ਿਆਦਾ ਖੂਬਸੂਰਤੀ ਦੇ ਦਿੱਤੀ, ਉਨੀ ਸੀਰਤ ਤੁਹਾਨੂੰ ਨਹੀਂ ਮਿਲਣੀ ਸ਼ਾਇਦ। ਜੇ ਕਿਸੇ ਦੀ ਬਹੁਤ ਵਧੀਆ ਸੀਰਤ ਹੈ, ਉਹਦਾ ਮਨ ਬੜਾ ਚੰਗਾ ਹੈ, ਉਹਦਾ ਦਿਮਾਗ ਬੜਾ ਚੰਗਾ ਹੈ,
ਤੇ ਹੋ ਸਕਦਾ ਉਹ ਸੂਰਤ ਦੇ ਪੱਖੋਂ ਐਡਾ ਖੂਬਸੂਰਤ ਨਾ ਹੋਵੇ, ਕਿਉਂਕਿ ਕੁਦਰਤ ਨੇ ਹਰ ਇੱਕ ਨੂੰ ਕੁਛ ਨਾ ਕੁਛ ਦੇਣਾ ਹੁੰਦਾ ਆ। ਤੇ ਬਾਕੀ ਚੀਜ਼ਾਂ ਜਿਹੜੀਆਂ ਨੇ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਕਿ ਸੁਸਾਇਟੀ ਨੂੰ ਵਾਪਸ ਕਰਨਾ ਹੁੰਦਾ ਬਹੁਤ ਕੁਝ। ਆਪਾਂ ਸਾਰੀ ਉਮਰ ਆਪਣੇ ਪਰਿਵਾਰ ਲਈ, ਖਾਸ ਕਰਕੇ ਆਪਾਂ ਦੁਪਹਿਰੇ ਵੀ ਗੱਲ ਕਰਦੇ ਸੀ ਜਦੋਂ ਆਪਾਂ ਫੋਨ ਤੇ ਆਫ ਦੀ ਏਅਰ ਗੱਲ ਕਰ ਰਹੇ ਸੀਗੇ ਕਿ ਪਰਿਵਾਰ ਲਈ, ਬੱਚਿਆਂ ਲਈ ਕਰਨਾ ਬਹੁਤ ਜ਼ਰੂਰੀ ਆ, ਸਾਰੇ ਕਰਦੇ ਆ, ਪਰ ਕਰਨਾ ਉਹ ਚਾਹੀਦਾ ਹੈ ਜਿਹੜਾ ਹੱਕ ਹਲਾਲ ਦਾ ਸਾਡੇ ਕੋਲ, ਸਾਡੇ ਹੱਥਾਂ ਨਾਲ, ਨਹੁੰਆਂ ਨਾਲ ਕਮਾਇਆ ਹੋਇਆ ਧਨ ਹੋਵੇ। ਜਦੋਂ ਅਸੀਂ ਇਸ ਤਰ੍ਹਾਂ ਦਾ ਪੈਸਾ ਲੈ ਕੇ ਆਉਂਦੇ, ਅੱਜ ਹੀ ਮੈਨੂੰ ਇੱਕ ਮਿਸਾਲ ਦੇ ਰਹੇ ਸੀ ਦੋਸਤੋ, ਵੀ ਤੁਹਾਡੇ ਨਾਲ ਅੱਗੇ ਚੱਲ ਕੇ ਮੈਂ ਸਾਂਝੀ ਕਰਦਾ ਹਾਂ ਕਿ ਉੱਦਾਂ ਵੇਖਿਆ ਜਾਵੇ ਤੇ ਅਸੀਂ ਕਹਿੰਦੇ ਹਾਂ ਕਿ ਸਾਡੇ ਮਾਪਿਆਂ ਦੀ ਸਾਨੂੰ ਬੜੀ ਵੱਡੀ ਦੇਣ ਹੈ, ਕਿਉਂਕਿ ਮਾਪਿਆਂ ਨੇ ਸਾਨੂੰ ਇਸ ਦੁਨੀਆ ਦੇ ਦਰਸ਼ਨ ਕਰਾਏ ਹੁੰਦੇ ਆ, ਤੇ ਉਹ ਗਾਂ ਬੱਚਿਆਂ ਨੂੰ ਪਾਲਣ ਪੋਸ਼ਣ ਲਈ ਉਹੀ ਫਰਜ਼ ਜਿਹੜਾ ਮਾਪਿਆਂ ਵਾਲਾ ਅਸੀਂ ਲੋਕ ਨਿਭਾਉਂਦੇ ਹਾਂ। ਤੇ ਜੇ ਹਿਸਾਬ ਲਾ ਕੇ, ਕੈਲਕੂਲੇਸ਼ਨ ਕਰਕੇ ਬਹਿ ਕੇ ਵੇਖੀਏ ਤੇ ਸਾਡੀ ਸ਼ਖਸੀਅਤ ਉਸਾਰੀ ਵਿੱਚ, ਸਾਡੇ ਇਹਨਾਂ ਅਹੁਦਿਆਂ ਤੇ ਪਹੁੰਚਣ ਤੱਕ, ਸਾਡੀ ਜ਼ਿੰਦਗੀ ਦੀ ਸਫਲਤਾ ਦੀ ਪੌੜੀ ਚੜ੍ਹਨ ਦੇ ਵਿੱਚ 25% ਰੋਲ ਸਾਡੇ ਮਾਪਿਆਂ ਦਾ ਹੁੰਦਾ, 75% ਰੋਲ ਸਾਡੀ ਸੁਸਾਇਟੀ ਦਾ ਹੁੰਦਾ। ਬੇਸਿਕ ਆਪਣੇ ਸਕੂਲ ਤੋਂ, ਅਧਿਆਪਕ ਤੋਂ ਸ਼ੁਰੂ ਕਰ ਲਈਏ, ਕਾਲਜਾਂ, ਯੂਨੀਵਰਸਿਟੀਆਂ 'ਚ ਲੈਬੋਰਟਰੀਆਂ ਵਰਤਣੀਆਂ, ਲਾਇਬ੍ਰੇਰੀਆਂ ਵਰਤਣੀਆਂ, ਉਹ ਸਾਰਾ ਸਿਸਟਮ ਜਿਹੜਾ ਸਾਡੇ ਆਲੇ ਦੁਆਲੇ ਨੇ ਸਾਨੂੰ ਪ੍ਰੋਵਾਈਡ ਕੀਤਾ, 75% ਉਹਨਾਂ ਦਾ ਰੋਲ ਹੁੰਦਾ। ਤੇ ਉਹ ਸੁਸਾਇਟੀ ਨੂੰ, ਹਰ ਇੱਕ ਵਿਅਕਤੀ ਨੂੰ ਉਹਦੀ ਆਤਮਾ ਤੇ ਬੋਝ ਹੋਣਾ ਚਾਹੀਦਾ ਕਿ ਮੈਂ ਮਾਪਿਆਂ ਦਾ 25% ਤੇ ਜੀ ਜਾਨ ਨਾਲ ਮੋੜ ਰਿਹਾ ਅਗਲੇ ਬੱਚਿਆਂ ਦੀ ਪਰਵਰਿਸ਼ 'ਚ, ਪਰ ਜਿਹੜਾ 75% ਸਾਡੀ ਸੁਸਾਇਟੀ ਨੇ ਸਾਡੇ ਤੇ ਇਨਵੈਸਟ ਕੀਤਾ, ਉਹ ਅਸੀਂ ਕਦੋਂ ਮੋੜਨਾ ਹੈ। ਉਹਦੇ ਲਈ ਸਾਡੇ ਚੇਤਿਆਂ 'ਚ ਗੱਲ ਰਹਿਣੀ ਚਾਹੀਦੀ ਹੈ ਕਿ ਅਸੀਂ ਜੋ ਕੁਝ ਹੈ ਸਾਡੇ ਆਲੇ ਦੁਆਲੇ, ਸਾਡੇ ਸੁਸਾਇਟੀ ਦਾ ਦਿੱਤਾ ਹੋਇਆ ਸਾਡੇ ਤੇ ਇੱਕ ਕਰਜ਼ ਹੈ ਜਿਹੜਾ ਅਸੀਂ ਉਤਾਰਨਾ ਹੈ। ਤੇ ਬਹੁਤ ਵਾਰ ਤਾਂ ਇੱਦਾਂ ਹੁੰਦਾ ਅਸੀਂ ਆਪਣੇ ਦੇਸ਼ ਦਾ ਕਰਜ਼ ਵੀ ਨਹੀਂ ਉਤਾਰ ਪਾਉਂਦੇ, ਪੜ੍ਹ ਲਿਖ ਕੇ ਉੱਥੋਂ ਦੇ ਸਾਰੇ ਕੁਝ ਹਾਸਿਲ ਕਰਕੇ ਜਦੋਂ ਵਤਨ ਨੂੰ ਕੁਝ ਵਾਪਸ ਕਰਨਾ ਹੁੰਦਾ ਤਾਂ ਅਸੀਂ ਦੌੜ ਜਾਂਦੇ ਹਾਂ ਕੈਨੇਡਾ, ਅਮਰੀਕਾ ਨੂੰ। ਅਸੀਂ ਉਹਨਾਂ 'ਚ ਸ਼ਾਮਲ ਹਾਂ, ਉਹਨਾਂ ਲੋਕਾਂ ਵਿੱਚ ਹੀ। ਕਈ ਵਾਰ ਮੈਂ ਇਸ ਵਿਸ਼ੇ ਦੇ ਉੱਤੇ ਬਹੁਤ ਸੋਚਦਾ ਹੁੰਦਾ, ਕਦੀ ਇੱਥੇ ਵੀ ਗੱਲ ਕਰਾਂਗੇ ਆਪਾਂ। ਤੁਸੀਂ ਜਿਹੜੀ ਇੱਕ ਗੱਲ ਹੁਣੇ ਕੀਤੀ ਮੇਰੇ ਨਾਲ, ਜਿਹੜੀ ਕੋਈ ਤਕਰੀਬਨ 8 ਦਿਨ ਪਹਿਲਾਂ ਹੀ ਮੇਰੇ ਨਾਲ ਇੱਕ ਜਿਹੜੀ ਵਿਚਾਰ ਗੁਫ਼ਤਗੂ ਹੋਈ। ਮੈਨੂੰ ਕੋਈ ਜਾਣੂ ਨਹੀਂ ਗਏ, ਮੈਂ ਇੱਥੇ ਮੋਸਟਲੀ ਜਿੱਥੇ ਰਹਿਣਾ ਹੈ ਇੱਥੇ ਕ੍ਰੀਕ ਸਾਡੇ ਲਾਗੇ, ਟੀਬੀਕੋ ਕ੍ਰੀਕ, ਇਹਦੇ ਉੱਤੇ ਮੈਂ ਸੈਰ ਕਰਦਾ ਤੇ ਅੱਗੇ ਜਾ ਕੇ ਸਨ ਫਾਰੈਸਟ ਦੇ ਉੱਤੇ ਬਹੁਤ ਸੋਹਣਾ ਇੱਕ ਪਾਰਕ ਆ। ਮੈਨੂੰ 2 ਸਾਲ ਪਹਿਲਾਂ ਇੱਕ ਭੈਣ ਜੀ ਉੱਥੇ ਬੈਠੇ ਮਿਲੇ ਤੇ ਬਹੁਤ ਜ਼ਿਆਦਾ ਤਿਆਰ ਤਿਉਰ ਹੋ ਕੇ ਤੇ ਉੱਥੇ ਬੈਠੇ ਸੀ ਇਕੱਲੇ। ਤੇ ਮੈਂ ਉਹਨਾਂ ਨੂੰ ਪੁੱਛਿਆ, ਸਤਿ ਸ਼੍ਰੀ ਅਕਾਲ, ਉਹਨਾਂ ਨੇ ਮੈਨੂੰ ਬੁਲਾਈ ਤੇ ਮੈਂ ਲਾਗੇ ਚਲਾ ਗਿਆ, ਪੁੱਛਿਆ ਤੇ ਕਹਿੰਦੇ ਵੀ ਮੈਂ ਉਹਨਾਂ ਦੀ, ਹੁਣ ਨਿਸ਼ਟਾ ਕਰਕੇ ਗੱਲ ਨਹੀਂ, ਉਹਨਾਂ ਦਾ ਨਾਂ ਨਹੀਂ, ਕਹਿੰਦੇ ਕਿ ਮੈਂ ਉੱਥੇ ਮੇਰੀ 2 ਸਾਲ ਨੌਕਰੀ ਰਹਿੰਦੀ ਆ ਤੇ ਮੈਂ ਉੱਥੇ ਹੈਡ ਟੀਚਰ ਆ, ਮੇਰਾ ਇੱਕੋ ਇੱਕ ਪੁੱਤਰ ਹੈ ਤੇ ਉਹਨੂੰ ਮੈਂ 17 ਸਾਲ ਦੇ ਨੂੰ ਇੱਥੇ ਭੇਜ ਦਿੱਤਾ ਸੀ। ਔਰ ਮੇਰੇ ਪੁੱਤਰ ਦਾ ਜਿਹੜਾ ਮੇਰੇ ਸਿਰ ਤੋਂ ਮੇਰਾ ਸਾਈਂ ਸੀ, ਜਦੋਂ ਮੇਰਾ ਪੁੱਤਰ 4 ਸਾਲ ਦਾ ਸੀ ਉਹ ਮੇਰੇ ਸਿਰ ਤੋਂ ਸਾਇਆ ਉੱਠ ਗਿਆ ਸੀ। ਮੈਂ ਬਹੁਤ ਸੰਘਰਸ਼ ਕਰਕੇ ਤੇ ਇਸ ਬੇਟੇ ਨੂੰ ਇੱਥੇ ਪਾਲਿਆ ਤੇ ਮੈਂ ਇੱਥੇ ਕੈਨੇਡਾ ਭੇਜ ਦਿੱਤਾ। ਹਾਲੀ ਮੈਂ ਸਰਵਿਸ ਆ ਤੇ ਉਹ ਕਹਿੰਦੇ ਵੀ ਮੈਨੂੰ ਇੱਥੇ ਆਣ ਕੇ ਆਦਤ ਆ, ਮੈਂ ਅਜੇ ਵੀ ਟੀਚਰ ਦੇ ਤੌਰ ਤੇ ਸਵੇਰੇ ਸਵਖਤੇ ਉੱਠ ਕੇ ਪੂਰੀ ਤਿਆਰ ਹੋ ਕੇ ਤੇ ਬਿਲਕੁਲ ਉੱਦਾਂ ਹੀ ਜਿੱਦਾਂ ਮੈਂ ਸਕੂਲ ਜਾਂਦੀ ਸੀ ਉੱਦਾਂ ਹੀ, ਆ ਪਰਸ ਵੀ ਕਹਿੰਦੇ ਮੈਂ ਉੱਦਾਂ ਪਾਇਆ ਤੇ ਮੈਂ ਉਹ ਆਦਤ ਨਹੀਂ ਬਦਲ ਸਕੀ। ਤੇ ਮੈਂ ਇੱਦਾਂ ਹੀ ਤਿਆਰ ਤਿਉਰ ਹੋ ਕੇ ਇੱਥੇ ਆ ਜਾਂਦੀ ਆ ਆਪਣੇ, ਤੇ ਉਹ ਮੇਰੀ ਘਰੇ ਹੁੰਦੀ ਆ, ਮੈਂ ਘੰਟਾ ਇੱਥੇ ਪਾਰਕ ਦੇ ਵਿੱਚ ਲਾ ਕੇ ਚੱਲ ਜਾਂਦੀ। ਉਹੋ ਹੀ ਮੈਨੂੰ 8 ਦਿਨ ਪਹਿਲਾਂ ਮਿਲੇ ਤੇ ਉਹ ਇੰਨੇ ਤਿਆਰ ਤਿਉਰ ਨਹੀਂ ਹੋਏ ਤੇ ਉਹ ਜ਼ਿੰਦਗੀ ਦੇ ਉਹਨਾਂ ਨੇ ਮੈਨੂੰ ਉਹਨਾਂ ਨਾਲ ਮੇਰੀ 10 ਮਿੰਟ ਦੀ ਜਿਹੜੀ 15 ਮਿੰਟ ਦੀ ਗੱਲ ਹੋਈ, ਉਹਨਾਂ ਬਹੁਤ ਜ਼ਿੰਦਗੀ ਦੇ 2 ਖੂਬਸੂਰਤ ਸੰਦੇਸ਼ ਮੈਨੂੰ ਦਿੱਤੇ। ਉਹ ਕਹਿੰਦੇ ਮੈਂ ਇੱਥੇ ਆ ਗਈ ਆ, ਮੇਰੀ ਨੂੰਹ ਜਿਹੜੀ ਆ ਉਹ ਅਮਰੀਕਾ ਦੀ ਜੰਪਲ ਹੈ ਤੇ ਉਹਦੀਆਂ ਕੁਛ ਰੁਚੀਆਂ, ਤੇ ਇੱਕ ਮੇਰਾ ਪੋਤਾ ਤੇ ਇੱਕ ਮੇਰੀ ਪੋਤੀ ਆ, ਤੇ ਮੈਨੂੰ ਐਂ ਲੱਗਾ ਕਿ ਇਹਨਾਂ ਨੂੰ ਹੁਣ ਮੈਨੂੰ ਆਪਣੇ ਜਿਹੜਾ ਵਧੀਆ ਸੰਸਾਰਕ ਦੇ ਸੰਸਕਾਰ ਦੇਣੇ ਚਾਹੀਦੇ ਆ। ਮੈਂ ਟੀਚਰ ਹੈ, ਬਟ ਕਹਿੰਦੀ ਕਿ ਮੇਰਾ ਵਿਰੋਧ ਹੋ ਰਿਹਾ ਸੀ ਇਸ ਗੱਲ ਦਾ ਵੀ ਕਿ ਤੁਸੀਂ ਇਹਨਾਂ ਨੂੰ ਉਹ ਜਿਹੜੀਆਂ ਦਕਿਆਨੂਸੀ ਗੱਲਾਂ ਸਿਖਾ ਰਹੇ ਜੇ। ਕਹਿੰਦੀ ਪਰ ਮੈਂ ਠਾਣ ਲਿਆ ਕਿ ਮੈਂ ਕਰਨਾ ਹੈ। ਔਰ ਮੇਰੇ ਜਿਹੜਾ ਪੋਤਾ ਪੋਤੀ ਆ ਉਹ ਦੋਨੋਂ ਸਕੂਲ ਜਾਂਦੇ ਨੇ। ਹੁਣ ਮੈਂ ਐਂ ਕਰਦੀ ਆ ਕਿ ਇਹਨਾਂ ਨੂੰ ਸਕੂਲ ਛੱਡਣ ਜਦੋਂ ਜਾਂਦੀ ਆ, ਮੈਂ ਇਹ ਜ਼ਿੰਮੇਵਾਰੀ ਲੈ ਲਈ ਆ ਕਿ ਮੈਂ ਇਹਨਾਂ ਨੂੰ ਸਕੂਲ ਛੱਡਣ ਜਾਣਾ ਹੈ ਵਿਰੋਧ ਦੇ ਬਾਵਜੂਦ ਵੀ। ਔਰ ਉਹਨਾਂ ਨੂੰ ਮੈਨੂੰ ਉਹ ਕਹਿਣ ਲੱਗੇ ਵੀ ਘਰ ਦਾ ਕੰਮ ਹੈ, ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਪੁੱਤ, ਮੈਂ ਤੈਨੂੰ ਉਸ ਸੰਕਟ ਚੋਂ ਆਪਣੇ ਸ਼ਰੀਕਾਂ ਤੋਂ ਬਚਾ ਕੇ ਲੈ ਕੇ ਆਈ ਸੀ, ਇੱਥੇ ਵੀ ਮੈਂ ਇਸ ਪੀੜ੍ਹੀ ਲਈ ਕੁਛ ਕਰਨਾ ਹੈ। ਉਹ ਕਹਿੰਦੇ ਹੁਣ ਜਿਹੜੇ ਮੈਂ ਸਕੂਲ 'ਚ ਇਹਨਾਂ ਨੂੰ ਛੱਡਣ ਜਾਂਦੀ ਹਾਂ ਉੱਥੇ ਮੈਂ ਵਲੰਟਰੀ ਟੀਚਰ ਦੇ ਤੌਰ ਦੇ ਉੱਤੇ, ਉਹ ਮੈਥ ਦੇ ਟੀਚਰ ਸੀਗੇ ਔਰ ਉਹ ਹਾਈ ਸਕੂਲ ਦੇ ਹੈਡਮਿਸਟਰਸ ਰਿਟਾਇਰ ਹੋਏ ਸੀ।
ਤੇ ਉਹ ਕਹਿੰਦੀ ਵੀ ਮੈਂ ਪੂਰੀ ਸਟਰਗਲ ਕਰ ਰਹੀ ਹਾਂ, ਆਪਣੇ ਪੋਤੇ ਪੋਤੀ ਨੂੰ ਵੀ ਹੁਣ ਮੈਂ ਆਪਣੇ ਰੰਗ ਵਿੱਚ ਰੰਗਣ 'ਚ ਸਫਲ ਹੋ ਰਹੀ ਹਾਂ, ਤੇ ਪਲੱਸ ਵਿੱਚ ਮੈਂ ਜਾ ਕੇ ਉੱਥੇ 2 ਪੀਰੀਅਡ ਉਸ ਸਕੂਲ ਦੇ ਵਿੱਚ ਵਲੰਟਰੀ ਮੈਥ ਦੇ ਪੜ੍ਹਾ ਕੇ ਆਉਂਦੀ ਹਾਂ, ਔਰ ਮੇਰਾ ਮੈਥ ਜਿਹੜਾ ਹੈ ਉੱਥੋਂ ਦੇ ਸਟੂਡੈਂਟਸ ਨੂੰ ਬਹੁਤ, ਪਰ ਮੈਂ ਕੋਈ ਪੈਸਾ ਨਹੀਂ ਲੈ ਰਹੀ, ਬਟ ਮੇਰੀ ਸਟਰਗਲ ਜਾਰੀ ਆ। ਫਿਰ ਉਹਨੇ ਮੈਨੂੰ ਇੱਕ ਗੱਲ ਸੁਣਾਈ, ਕਹਿੰਦੇ ਵੀ ਜੇ ਤੁਸੀਂ ਸਤਰੰਗੀ ਪੀਂਘ ਦੇ ਬਾਰੇ ਜਾਣਦੇ ਹੋ ਤੇ ਸਤਰੰਗੀ ਪੀਂਘ ਦੇ ਚੜ੍ਹਨ ਲਈ 2-3 ਕੰਡੀਸ਼ਨ ਜ਼ਰੂਰੀ ਹੁੰਦੀਆਂ ਨੇ ਕਿ ਇੱਕ ਵਧੀਆ ਬੱਦਲਾਂ ਦੀ ਜਿਹੜੀ ਗਰਗਰਾਹਟ ਵਾਲਾ ਮੀਂਹ ਪਏ, ਲਗਾਤਾਰ ਮੀਂਹ ਪਏ, ਔਰ ਦੂਜੀ ਗੱਲ ਜਿਹੜੀ ਸਤਰੰਗੀ ਪੀਂਘ ਆ ਉਹ ਹਮੇਸ਼ਾ ਹੀ ਸੂਰਜ ਦੇ ਆਪੋਜ਼ਿਟ ਪੈਦਾ ਹੁੰਦੀ ਹੈ, ਕਦੇ ਵੀ ਸੂਰਜ ਵਾਲੀ ਸਾਈਡ ਤੇ ਨਹੀਂ ਹੁੰਦੀ। ਇਸ ਕਰਕੇ ਉਹ ਮੈਨੂੰ ਉਹਨਾਂ ਨੇ ਸੰਦੇਸ਼ ਦਿੱਤਾ ਵੀ ਜੇ ਤੁਸੀਂ ਜ਼ਿੰਦਗੀ ਦੀ ਸਾਰਥਕਤਾ ਜਿਹੜੀ ਹੈ ਉਹਨੂੰ ਮੰਨਣਾ ਹੈ ਕਿ ਤੁਹਾਡੀ ਜ਼ਿੰਦਗੀ ਸਾਰਥਕ ਆ, ਤੇ ਫਿਰ ਤੁਹਾਨੂੰ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਲੋਕਾਂ ਨੂੰ ਕੁਝ ਦੇਣਾ ਚਾਹੀਦਾ। ਉਹ ਕਹਿੰਦੀ ਹੁਣ ਉਹ ਪੋਤਾ ਪੋਤੀ ਜਿਹੜੇ ਆ ਮੇਰੇ ਦਿਨੋਂ ਦਿਨ ਬਹੁਤ ਕਲੋਜ਼ ਆ ਰਹੇ ਆ, ਜਿਹੜੇ ਉਸ ਸਕੂਲ ਦੇ ਵਿਦਿਆਰਥੀ ਨੇ ਉਹ ਕਹਿੰਦੇ ਨੇ ਵੀ ਤੁਹਾਡੀ ਜਿਹੜੀ ਗ੍ਰੈਂਡ ਮਦਰ ਆ ਉਹ ਬਹੁਤ ਅੱਛੀ ਆ, ਕੰਮ ਕਰ ਰਹੀ ਆ, ਬਟ ਉਹ ਜਿਹੜਾ ਇੱਕ ਉਹਨਾਂ ਨੂੰ ਇੱਥੋਂ ਦੇ ਰੰਗ ਵਿੱਚ ਉਹ ਕਹਿੰਦੀ ਰੰਗਣ ਦਾ ਜਿਹੜਾ, ਮੈਂ ਕਹਿੰਦੀ ਇੱਥੋਂ ਦੇ ਰੰਗ ਦੇ ਖਿਲਾਫ ਨਹੀਂ ਹੈਗੀ, ਪਰ ਮੈਂ ਉਹ ਸੰਸਕਾਰ ਇਹਨਾਂ ਨੂੰ ਮਿਹਨਤ ਵਾਲੇ ਸਾਰਾ ਕੁਝ ਆਪਣੇ ਪੋਤੇ ਪੋਤੀ ਨੂੰ ਦੇਣਾ ਚਾਹੁੰਦੀ ਹਾਂ। ਇਸ ਕਰਕੇ ਹੁਣ ਮੈਂ ਬਹੁਤੀ ਡਰੈਸ ਅਪ ਇਸ ਕਰਕੇ ਨਹੀਂ ਹੁੰਦੀ ਕਿ ਮੈਂ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਜਾਂਦੀ ਹਾਂ, ਤੇ ਮੈਂ ਵੱਧ ਸਮਾਂ ਲਾ ਕੇ ਤੇ ਘਰ ਦੇ ਕੰਮ ਵੀ ਕਰਦੀ ਹਾਂ। ਤੇ ਜਿਹੜਾ ਉਹਨਾਂ ਮੈਨੂੰ ਇਹ ਸੰਦੇਸ਼ ਦਿੱਤਾ ਨਾ ਕਿ ਬੱਦਲਾਂ ਦੀ ਗਰਗਰਾਹਟ ਦੇ ਵਿੱਚੋਂ ਸੂਰਜ ਦੇ ਖਿਲਾਫ ਜਿਹੜੀ ਆ ਸਤਰੰਗੀ ਪੀਂਘ ਪੈਦਾ ਹੁੰਦੀ ਆ, ਉਹ ਕਹਿੰਦੀ ਇਸ ਕਰਕੇ ਸਾਨੂੰ ਜਿਹੜੀਆਂ ਪ੍ਰੈਜ਼ੈਂਟ ਚਾਨਣ ਵਾਲੀਆਂ ਲਿਸ਼ਕਣ ਵਾਲੀਆਂ ਦੂਜੀਆਂ ਤੀਜੀਆਂ ਚੀਜ਼ਾਂ ਨੇ ਉਹਨਾਂ ਦੇ ਖਿਲਾਫ ਚੱਲ ਕੇ ਜ਼ਿੰਦਗੀ ਦੇ 7 ਰੰਗ ਜਿਹੜੇ ਆ ਉਹ ਕਦੀ ਵੇਖਣ ਨੂੰ ਮਿਲਦੇ। ਤੇ ਮੈਨੂੰ ਉਹਨਾਂ ਦਾ ਉਹ ਸੰਦੇਸ਼ ਜਿਹੜਾ ਬਹੁਤ ਵਧੀਆ ਲੱਗਾ, ਔਰ ਜ਼ਿੰਦਗੀ ਦਾ ਉਹਨਾਂ ਦਾ ਜਿਹੜਾ ਮਕਸਦ ਸੀ ਉਹ ਵੀ ਮੈਨੂੰ ਵਧੀਆ ਲੱਗਾ ਤੇ ਪ੍ਰੇਰਨਾ ਸਰੋਤ ਲੱਗਾ ਕਿ ਤੁਸੀਂ ਜਿੱਥੇ ਵੀ ਹੈਗੇ ਆ, ਜਿੰਨਾ ਵੀ ਹੈ, ਤੁਸੀਂ ਆਪਣੀ ਸੁਸਾਇਟੀ ਦੀ ਕੁਛ ਨਾ ਕੁਛ ਕਰ ਸਕਦੇ ਜੇ, ਔਰ ਜਿਹੜਾ ਕੁਛ ਨਾ ਕੁਛ ਜੁੜ ਕੇ ਬਹੁਤ ਕੁਛ ਬਣ ਜਾਂਦਾ ਹੈ। ਜਦੋਂ ਬਹੁਤ ਕੁਛ ਬਣ ਜਾਂਦਾ ਹੈ ਤੇ ਜਿਹੜੀ ਸਾਡੀ ਸੁਸਾਇਟੀ ਹੈ, ਸਾਡਾ ਚਗਿਰਦਾ ਹੈ, ਉਹ ਬਹੁਤ ਖੂਬਸੂਰਤ ਬਣਨਾ ਸ਼ੁਰੂ ਹੋ ਜਾਂਦਾ। ਜੀ ਹੰਸਪਾਲ ਜੀ, ਵੈਸੇ ਜਿਹੜੀ ਉਹਨਾਂ ਗੱਲ ਕੀਤੀ ਮੈਡਮ ਨੇ ਬੜਾ ਚੰਗੀ ਲੱਗੀ ਕਿ ਸੰਘਰਸ਼ ਵਿੱਚੋਂ ਜੀਵਨ ਜਦੋਂ ਨਿੱਤਰ ਕੇ ਸਾਹਮਣੇ ਆਉਂਦਾ ਨਾ, ਇਸੇ ਤਰ੍ਹਾਂ ਹੀ ਜਦੋਂ ਬੱਦਲਾਂ ਦੀ ਗੜਗੜਾਹਟ ਤੇ ਬਾਅਦ 'ਚ ਮੋਲੇ ਧਾਰ ਵਰਖਾ ਹੁੰਦੀ ਹੈ ਨਾ, ਤੇ ਕੁਦਰਤ ਵੀ ਨਹਾਤੀ ਧੋਤੀ ਹੁੰਦੀ ਆ, ਬਿਲਕੁਲ ਸਾਫ਼ ਸਫਾ। ਤੇ ਜਦੋਂ ਤੁਸੀਂ ਸੰਘਰਸ਼ 'ਚੋਂ ਨਿਕਲ ਕੇ ਬਾਹਰ ਆਉਂਦੇ ਹੋ ਤੇ ਤੁਸੀਂ ਵੀ ਬਿਲਕੁਲ ਨਹਾਤੇ ਧੋਤੇ ਇੱਕ ਸ਼ੁੱਧ ਵਿਅਕਤੀ ਦੇ ਤੌਰ ਤੇ ਹੁੰਦੇ ਹੋ। ਆਪਾਂ ਕਿਸਾਨ ਮੂਵਮੈਂਟ ਵੇਲੇ ਵੇਖਿਆ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਕਿਸਾਨ ਮੂਵਮੈਂਟ ਨੇ ਸਾਡੇ ਜ਼ਿੰਦਗੀ 'ਚ ਸਿਖਾਈਆਂ। ਸੰਘਰਸ਼ ਆਪਾਂ ਬਹੁਤ ਵੇਖੇ, ਨਿੱਕੇ ਨਿੱਕੇ ਸੰਘਰਸ਼ ਆਪਾਂ ਬਚਪਨ ਤੋਂ ਵੇਖਦੇ ਆਏ ਹਾਂ। ਆਪੋ ਆਪਣੇ ਸੰਘਰਸ਼ ਤੇ ਆਪਾਂ ਸਾਰਿਆਂ ਲੜੇ ਆ, ਆਪੋ ਆਪਣੀਆਂ ਜ਼ਿੰਦਗੀਆਂ ਨੂੰ ਬਿਹਤਰ ਕਰਨ ਲਈ। ਜੇ ਆਪਾਂ ਆਪਣੇ ਪਿੱਛਲ ਝਾਤ ਮਾਰੀ ਹੈ ਨਾ ਪਿੱਛੇ ਜਾ ਕੇ, ਤੇ ਆਪਾਂ ਨੂੰ ਲੱਗੇਗਾ ਕਿ ਸਾਡੀ ਜ਼ਿੰਦਗੀ ਬੜੀ ਰੁੱਖੀ ਸੀ, ਬੜਾ ਸੰਘਰਸ਼ ਕੀਤਾ, ਪਰ ਜਦੋਂ ਬਾਕੀ ਦੁਨੀਆ ਨੂੰ ਵੇਖੀਏ ਤੇ ਫਿਰ ਪਤਾ ਲੱਗਦਾ ਹੈ ਕਿ ਅਸੀਂ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਸੀਗੇ ਉਸ ਸਮੇਂ ਵੀ, ਜਿਹਨੂੰ ਅਸੀਂ ਮਾੜੀ ਜ਼ਿੰਦਗੀ ਸਮਝਦੇ ਹਾਂ। ਵੈਸੇ ਵੀ ਵਰਤਮਾਨ ਜਿਹੜਾ ਹੁੰਦਾ ਉਹਨੂੰ ਹਮੇਸ਼ਾ ਅਸੀਂ ਕਹਿੰਦੇ ਹਾਂ ਕਾਸ਼ ਇੱਦਾਂ ਹੁੰਦਾ। ਹੁਣ ਇੱਥੇ ਆ ਕੇ ਵੀ ਸਾਡੀਆਂ ਉਹ ਜਿਹੜੀਆਂ ਪੰਜਾਬੀ ਸ਼ਬਦ ਵਰਤਦੇ ਨੇ ਤਮਾ ਨਹੀਂ ਜਿਹੜੀਆਂ ਹੁੰਦੀਆਂ, ਉਹ ਮੈਂ ਪਿਛਲਾ ਪ੍ਰੋਗਰਾਮ ਵੀ ਇਸੇ ਗੱਲ 'ਤੇ ਖ਼ਤਮ ਕੀਤਾ ਸੀ। ਉਹ ਸ਼ਾਇਦ ਮਿਰਜ਼ਾ ਗਾਲਬ ਦਾ ਸ਼ੇਰ ਸੀ ਜਿਹੜਾ ਕਿ ਬਹੁਤ ਨਿਕਲੇ ਮੇਰੇ ਅਰਮਾਨ ਫਿਰ ਵੀ ਕੰਮ ਨਿਕਲੇ ਵਾਲੇ। ਉਹ ਚੀਜ਼ ਸਾਡੇ ਅੰਦਰੋਂ ਕਿਤੇ ਜਾਂਦੀ ਨਹੀਂ ਆ। ਅਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸੰਘਰਸ਼ ਜੀਵਨ ਦਾ ਇੱਕ ਐਸਾ ਧੁਰਾ ਹੈ ਜਿਹੜਾ ਸਾਨੂੰ ਬਹੁਤ ਕੁਝ ਸਿਖਾਉਂਦਾ। ਕਿਸਾਨ ਮੂਵਮੈਂਟ ਦੇ ਵਿੱਚ ਜਿਹੜੇ ਲੋਕਾਂ ਨੂੰ ਜਾਣ ਦਾ ਮੌਕਾ ਮਿਲਿਆ, ਬਹੁਤ ਸਾਰੇ ਲੋਕਾਂ ਨੇ ਉੱਥੇ ਆਪਣੇ ਬੱਚਿਆਂ ਨੂੰ ਲੈ ਕੇ ਗਏ, ਕੁਝ ਲੋਕਾਂ ਨੇ ਉਹਨੂੰ ਮੇਲਾ ਵੀ ਕਿਹਾ, ਕੁਝ ਲੋਕੀ ਉੱਥੇ ਕਹਿੰਦੇ ਸੀ ਜੀ ਖਾਣ ਪੀਣ ਨੂੰ ਬਹੁਤ ਅੱਛਾ ਮਿਲਦਾ, ਜਿੱਦਾਂ ਦੀ ਕਿਸੇ ਦੀ ਸੋਚ ਉੱਦਾਂ ਗਏ। ਪਰ ਉੱਥੇ ਜਾਣ ਤੋਂ ਬਾਅਦ ਜਦੋਂ ਵਾਪਸ ਆਏ ਨਾ, ਉਹ ਸੱਭਿਆਚਾਰ ਦਾ ਜਿਹੜਾ ਪ੍ਰੂਫ ਵੇਖਿਆ ਲੋਕਾਂ ਨੇ, ਭਾਈਚਾਰਕ ਏਕਤਾ ਵੇਖੀ, ਊਚ ਨੀਚ ਮਿੱਟੀ ਵੇਖੀ, ਇੱਕੋ ਥਾਂ ਬਹਿ ਕੇ ਖਾਂਦੇ ਵੇਖੇ, ਲੋਕਾਂ ਨੂੰ ਭੈਣ ਭਰਾਵਾਂ ਵਾਂਗੂ ਵਿਚਰਦਿਆਂ ਵੇਖਿਆ। ਇੰਨੇ ਵੱਡੇ ਇਕੱਠ ਦੇ ਵਿੱਚ ਇੱਕ ਸਾਲ ਭਰ ਕੋਈ ਐਸੀ ਮੰਦਭਾਗੀ ਘਟਨਾ ਨਹੀਂ ਵਾਪਰੀ। ਇੱਕ ਅੱਧੀ ਨੂੰ ਛੱਡ ਦਈਏ, ਜਿਹੜਾ ਨਿਹੰਗ ਸਿੰਘਾਂ ਵਾਲਾ ਐਪੀਸੋਡ ਹੋਇਆ ਸੀ, ਇੱਕ ਵਿਅਕਤੀ ਨੂੰ ਮਾਰਨ ਵਾਲਾ, ਜਾਂ ਫਿਰ 26 ਜਨਵਰੀ ਵਾਲਾ ਜਿਹੜਾ ਮੜਿਆ ਗਿਆ ਸੀ ਸਾਡੇ ਸਿਰ ਇੱਕ ਇਲਜ਼ਾਮ। ਪਰ ਉਸ ਤੋਂ ਬਾਅਦ ਲੋਕਾਂ ਨੇ ਡਾਕਟਰ ਗਿੱਲ, ਸੁੱਚਾ ਸਿੰਘ ਗਿੱਲ ਰਾਮ ਤੁਸੀਂ ਜਾਣਦੇ ਹੋ, ਉਹਨਾਂ ਦੇ ਮਿਸਿਸ ਡਾਕਟਰ ਕਮਲਜੀਤ ਗੱਲ ਕਰ ਰਹੇ ਸੀ ਇੱਕ ਦਿਨ ਕਿ ਔਰਤਾਂ ਪ੍ਰਤੀ ਬੜੀ ਚੇਤਨਾ ਜਾਗੀ ਉਸ ਮੂਵਮੈਂਟ ਦੇ ਵਿੱਚ, ਬੱਚਿਆਂ ਪ੍ਰਤੀ ਸਨੇਹ ਵੱਧ ਗਿਆ, ਆਪਸੀ ਭਾਈਚਾਰਾ ਬੜਾ ਵਧਿਆ। ਇੱਥੋਂ ਤੱਕ ਖਬਰਾਂ ਆਉਂਦੀਆਂ ਨੇ ਕਿ ਜਿਹੜੇ ਭਰਾ ਆਪਣੇ ਪਿੰਡ 'ਚ ਇੱਕ ਦੂਜੇ ਨਾਲ ਬੋਲਣੋਂ ਹਟੇ ਹੋਏ ਸੀਗੇ, ਉੱਥੇ ਵੀ ਉਹਨਾਂ ਦੀਆਂ ਜੱਫੀਆਂ ਪੈ ਗਈਆਂ। ਬਹੁਤ ਸਾਰੇ ਲੋਕਾਂ ਨੇ ਕੇਸ ਵਾਪਸ ਲੈ ਲਏ। ਯਾਨੀ ਕਿ ਸੰਘਰਸ਼ ਜ਼ਿੰਦਗੀ ਨੂੰ, ਆਪਾਂ ਸੰਘਰਸ਼ ਵਾਲੇ ਪਾਸੇ ਹੋ ਗਏ, ਸੰਘਰਸ਼ ਵੀ ਜ਼ਿੰਦਗੀ ਨੂੰ ਬਹੁਤ ਕੁਝ ਸਿਖਾਉਂਦਾ ਤੇ ਮਨੁੱਖ ਉਹਦੇ 'ਚੋਂ ਕੁੰਦਨ ਬਣ ਕੇ ਬਾਹਰ ਨਿਕਲਦਾ।
ਤੇ ਇਸੇ ਤਰ੍ਹਾਂ ਦਾ ਸੰਘਰਸ਼ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਵੇਖਿਆ ਆਪਣੇ ਆਲੇ ਦੁਆਲੇ ਚੱਲਦਾ। ਗਿੱਲ ਸਾਹਿਬ, ਜਦੋਂ ਤੁਹਾਡੀ ਕੋਈ ਵੀ ਗੱਲ ਜਿਹੜੀ ਆ ਨਾ ਮਨੁੱਖਤਾ ਨੂੰ ਪ੍ਰਣਾਈ ਹੋਏ, ਤੁਸੀਂ ਮਨੁੱਖਤਾ ਪ੍ਰਤੀ ਕੁਝ ਕਰ ਰਹੇ ਹੋ, ਉਹ ਜਿਹੜਾ ਸੰਘਰਸ਼ ਸੀ ਉਹ ਨਾ ਕਿਸੇ ਜਾਤ ਲਈ ਸੀ, ਨਾ ਕਿਸੇ ਵਿਸ਼ੇਸ਼ ਤਰ੍ਹਾਂ ਦੀ, ਜਿਵੇਂ ਉਹਨੂੰ ਕਹਿੰਦੇ ਕਿ ਇਕੱਲਾ ਕਿਸਾਨਾਂ ਦਾ ਅੰਦੋਲਨ ਸੀ। ਨਹੀਂ, ਉਹ ਕਿਸਾਨਾਂ ਦਾ ਅੰਦੋਲਨ ਨਹੀਂ ਸੀ, ਉਹ ਮਨੁੱਖਤਾ ਦਾ ਅੰਦੋਲਨ ਸੀ। ਕਿਉਂਕਿ ਉਹ ਜਿਹੜੇ ਉਹ 3 ਕਾਨੂੰਨ ਸੀ, ਉਹਦੇ ਜਿਹੜੇ ਪ੍ਰਭਾਵ ਪੈਣੇ ਸੀ, ਉਹ ਕਿਸਾਨਾਂ ਨੂੰ ਤੇ ਇੱਕ ਜਮਾਤ ਸੀ, ਕਿਸਾਨ ਸਾਡਾ ਸਮਾਜ ਦਾ ਇੱਕ ਹਿੱਸਾ ਸੀ, ਜਿਨ੍ਹਾਂ ਤੇ ਫਰਕ ਪੈਣਾ ਸੀ। ਪਰ ਨਹੀਂ, ਉਹ ਸਾਰੀ ਮਨੁੱਖਤਾ ਤੇ ਹੀ ਫਰਕ ਪੈਣਾ ਸੀ। ਉਹਦੇ ਵਿੱਚ ਜਿਹੜਾ ਫਸਲ ਬੀਜਦਾ, ਵੱਢਦਾ ਜਾਂ ਕਰਦਾ, ਉਹ ਨਹੀਂ, ਹਰ ਬੰਦਾ ਜਿਹੜਾ ਉਸ ਖਿੱਤੇ ਵਿੱਚ ਰਹਿ ਰਿਹਾ ਸੀ, ਉਸ ਬੰਦੇ ਦੀ ਦਿਨਚਰਿਆ ਜ਼ਿੰਦਗੀ ਤੇ ਉਹਨਾਂ ਕਾਨੂੰਨਾਂ ਨੇ ਫਰਕ ਪਾਉਣਾ ਸੀ। ਸੋ ਜਦੋਂ ਉਹ ਮਨੁੱਖਤਾ ਨੂੰ ਪ੍ਰਣਾਇਆ ਗਿਆ ਤੇ ਉਹਦੇ ਵਿੱਚੋਂ ਊਚ ਨੀਚ, ਜਾਤ ਪਾਤ, ਦੂਰ ਦਵੈਤ, ਸਭ ਕੁਝ ਜਿਹੜੇ ਉਹ ਖਤਮ ਹੋ ਗਏ ਸੀ। ਉਹਦਾ ਕਾਰਨ ਇਹੀ, ਤੁਸੀਂ ਜਿਹੜੀ ਗੱਲ ਕੀਤੀ ਹੈ ਨਾ, ਕਿ ਜਦੋਂ ਸਾਡਾ ਕੰਮ, ਸਾਡਾ ਵਿਹਾਰ, ਸਾਡਾ ਚੁਗਿਰਦੇ ਤੇ ਮਨੁੱਖਤਾ ਪ੍ਰਤੀ ਹੋਏਗਾ ਨਾ, ਤੇ ਉਹਦੇ ਵਿੱਚ ਬਰਕਤਾਂ ਵੀ ਵਸਣਗੀਆਂ, ਉਹਦੇ ਵਿੱਚ ਸਾਰਾ ਕੁਝ ਹੋਏਗਾ, ਮਨੁੱਖ ਦੀ ਏਕਤਾ ਵੀ ਹੋਏਗੀ ਔਰ ਮਨੁੱਖ ਨੂੰ ਪਿਆਰ ਵੀ ਕਰੇਗਾ। ਤੋ ਜਦੋਂ ਅਸੀਂ ਆਪਣੇ ਚੁਗਿਰਦੇ ਵਿੱਚ ਇਸ ਤਰ੍ਹਾਂ ਦਾ ਸੰਦੇਸ਼ ਦੇਣ ਵਿੱਚ ਸਾਡੇ ਜਿਹੜੇ ਮਨੁੱਖ ਸਫਲ ਹੋ ਜਾਂਦੇ ਨੇ ਕਿ ਅਸੀਂ ਇਸ ਸਾਰੇ ਦੇ ਵਿੱਚ ਜਿਹੜਾ ਇਹ ਮਨੁੱਖਤਾ ਨੂੰ ਪ੍ਰਣਾਏ ਹੈ, ਤੇ ਫਿਰ ਮਨੁੱਖਤਾ ਨਾਲ ਜਦੋਂ ਪ੍ਰਣਾਏ ਹੁੰਦੇ ਆ, ਫਿਰ ਤੁਸੀਂ ਵਾਤਾਵਰਨ ਨਾਲ ਵੀ, ਤੁਸੀਂ ਇਹ ਦੇਖੋ ਨਾ, ਉੱਥੇ ਵਾਤਾਵਰਨ ਦਾ ਕਿੰਨਾ ਖਿਆਲ ਰੱਖਿਆ ਗਿਆ। ਜਿੰਨੀ ਵੱਡੀ ਖਲਕਤ ਉੱਥੇ ਸੀ, ਉੱਥੇ ਵਾਤਾਵਰਨ ਦਾ ਪਲੀਤ ਹੋ ਜਾਣਾ ਸਧਾਰਨ ਜੀ ਗੱਲ ਸੀਗੀ, ਬਹੁਤ ਆਮ ਜੀ ਗੱਲ ਸੀ। ਪਰ ਉੱਥੇ ਵਾਤਾਵਰਨ ਨੂੰ ਵੀ ਪਲੀਤ ਹੋਣ ਤੋਂ ਨਹੀਂ ਉਹਨਾਂ ਨੇ ਦਿੱਤਾ। ਉੱਥੇ ਹੋਰ ਤਰ੍ਹਾਂ ਦੀਆਂ ਕਈ ਕੁਰੀਤੀਆਂ ਜਿਹੜੀਆਂ ਉਹਨਾਂ ਦੇ ਪੈਦਾ ਹੋਣ ਦੀ ਸੰਭਾਵਨਾ ਸੀ, ਉਹ ਨਹੀਂ ਪੈਦਾ ਹੋਣ ਦਿੱਤੀ। ਔਰ ਜਿਹੜਾ ਉੱਥੇ ਚਗਿਰਦਾ ਸੀ, ਜਿਹੜੇ ਉੱਥੋਂ ਦੇ ਮੂਲ ਨਿਵਾਸੀ ਸੀ, ਉਹਨਾਂ ਦਾ ਪਿਆਰ ਜਿੱਤਣ ਦੇ ਵਿੱਚ ਵੀ ਉਹ ਸੰਘਰਸ਼ ਸਫਲ ਹੋਇਆ। ਤੇ ਉਹ ਦੁਨੀਆ ਦੇ ਵਿੱਚ ਇੱਕ ਮਿਸਾਲੀ ਉਹ ਜਿਹੜਾ ਹੈ ਉਹ ਸੰਘਰਸ਼ ਬਣਿਆ। ਉਹ ਸੰਘਰਸ਼ ਨਹੀਂ, ਅਸੀਂ ਅਸਲ ਦੇ ਵਿੱਚ ਉਹ ਮਨੁੱਖ ਦੀ ਜਿਹੜੀ ਆ ਮਨੁੱਖਤਾ ਪ੍ਰਤੀ ਚੇਤਨਤਾ ਦਾ ਪ੍ਰਤੀਕ ਸੀਗਾ। ਮੈਂ ਉਸ ਸੰਘਰਸ਼ ਨੂੰ ਇਸ ਤਰ੍ਹਾਂ ਲਿਆ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਔਰ ਖਾਸ ਕਰਕੇ ਉਸ ਦਿਨਾਂ ਦੇ ਵਿੱਚ ਜਦੋਂ ਕੋਵਿਡ ਦਾ ਦੌਰਾ ਸੀਗਾ ਔਰ ਵੱਡੀਆਂ ਬਿਮਾਰੀਆਂ ਫੈਲਣ ਦਾ ਖਦਸ਼ਾ ਸੀ, ਡਰਾਇਆ ਗਿਆ, ਲੋਕਾਂ ਨੂੰ ਬਹੁਤ ਡਰਾਇਆ ਗਿਆ ਕਿ ਉੱਥੇ ਬਿਮਾਰੀਆਂ ਫੈਲ ਸਕਦੀਆਂ। ਪਰ ਲੋਕਾਂ ਨੇ ਜਿਸ ਤਰੀਕੇ ਨਾਲ ਦਲੇਰੀ, ਬਹਾਦਰੀ ਤੇ ਸਫਾਈ ਦਾ ਖਿਆਲ ਰੱਖਿਆ, ਜਿਸ ਤਰੀਕੇ ਨਾਲ ਭਾਈਚਾਰਾ ਬਣਾਈ ਰੱਖਿਆ, ਜਿਸ ਤਰੀਕੇ ਨਾਲ ਉਹ ਸਾਰਾ ਸੰਘਰਸ਼ ਚੱਲਿਆ, ਉਹਦੀ ਮਿਸਾਲ ਆਉਣ ਵਾਲੇ ਸਮੇਂ ਇੱਥੋਂ ਦਾ ਕਿਹਾ ਜਾਂਦਾ ਹੈ ਕਿ ਇਸ ਸੰਘਰਸ਼ ਨੂੰ ਬਹੁਤ ਦੇਰ ਤੱਕ ਯੂਨੀਵਰਸਿਟੀਆਂ ਦੇ ਸਿਲੇਬਸ 'ਚ ਪੜ੍ਹਾਇਆ ਜਾਏਗਾ ਕਿ ਉਸ ਸੰਘਰਸ਼ ਨੇ ਮਨੁੱਖ ਨੂੰ ਕਿੰਨਾ ਕੁ ਬਦਲਿਆ। ਵੈਸੇ ਹੰਸਪਾਲ ਜੀ, ਕਿਹਾ ਜਾਂਦਾ ਹੈ ਕਿ ਮਨੁੱਖ ਸਥਾਈ ਤੌਰ 'ਤੇ ਨਹੀਂ ਬਦਲਦਾ। ਆਪਾਂ ਇੱਕ ਮਿਸਾਲ ਦਿੰਦੇ ਹਾਂ, ਵਾਰਿਸਾਂ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਜੀ, ਤੇ ਥੋੜ੍ਹੇ ਸਮੇਂ ਲਈ ਸਾਡੇ 'ਤੇ ਉਹਨਾਂ ਚੀਜ਼ਾਂ ਦੇ ਪ੍ਰਭਾਵ ਪੈਂਦੇ ਆ। ਮਿਸਾਲ ਵਜੋਂ ਅਸੀਂ ਗੁਰੂ ਘਰ ਜਾਂਦੇ ਹਾਂ, ਬੜੇ ਨਿਮਰ, ਬੜੇ ਵਧੀਆ ਢੰਗ ਨਾਲ ਉੱਥੇ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦੇ ਹਾਂ, ਬੈਠਦੇ ਹਾਂ, ਸੰਗਤ 'ਚ ਕੀਰਤਨ ਦਾ ਰਸ ਮਾਣਦੇ ਹਾਂ। ਪਰ ਪਾਰਕਿੰਗ 'ਚੋਂ ਨਿਕਲਦਿਆਂ ਹੀ ਤੂੰ ਮੈਂ ਸ਼ੁਰੂ ਕਰ ਦਿੰਦੇ ਹਾਂ, ਲੋਕਾਂ ਨਾਲ ਹਾਰਨ ਵੱਜਣੇ ਸ਼ੁਰੂ ਹੋ ਜਾਂਦੇ ਆ। ਆਪਣੇ ਪਿੱਛੇ ਛੱਡੇ ਮੁਲਕ 'ਤੇ ਇਹ ਤੋਂ ਵੀ ਜ਼ਿਆਦਾ ਬੁਰੀ ਹਾਲਤ ਆ। ਜਦੋਂ ਅਸੀਂ ਕਿਸੇ ਦੀ ਕ੍ਰਿਮੇਸ਼ਨ 'ਤੇ ਜਾਂਦੇ ਹਾਂ, ਉੱਥੋਂ ਦਾ ਮਾਹੌਲ ਵੇਖੋ, ਸਭ ਨੂੰ ਆਪਣਾ ਅੰਤ ਯਾਦ ਹੁੰਦਾ, ਤੇ ਅਜੇ ਉੱਥੋਂ ਹੀ ਬਾਹਰ ਨਹੀਂ ਨਿਕਲਦੇ ਤੇ ਸਾਨੂੰ ਸਭ ਕੁਝ ਭੁੱਲ ਭੁਲਾ ਜਾਂਦਾ। ਤੇ ਫਿਰ ਅਸੀਂ ਦੌੜ ਪੈਂਦੇ ਹਾਂ ਕਿ ਮੇਰਾ ਚੈੱਕ ਪੈਂਡਿੰਗ ਪਿਆ, ਉੱਥੇ ਮੈਂ ਪਹਿਲਾਂ ਉਹ ਫੜ ਲਾਂ, ਦੂਜੇ ਥਾਂ 'ਤੇ ਮੈਂ ਆਹ ਕੰਮ ਕਰ ਲਾਂ। ਇਸੇ ਤਰ੍ਹਾਂ ਹੀ ਕਿਸਾਨ ਸੰਘਰਸ਼ ਦੇ ਵਿੱਚ, ਜਿੱਦਾਂ ਮੈਂ ਭੈਣ ਜੀ ਕਮਲਜੀਤ ਦਾ ਜ਼ਿਕਰ ਕੀਤਾ, ਡਾਕਟਰਾਂ ਦਾ, ਉਹ ਕਹਿੰਦੇ ਕਿ ਮਿਸਾਲ ਤਾਂ ਬੜੀ ਵੱਡੀ ਪੈਦਾ ਹੋਈ ਉੱਥੇ ਕਿ ਔਰਤਾਂ ਨੂੰ ਬਰਾਬਰੀ ਦੇ ਹਕੂਕ ਬਾਰੇ ਜਾਣਕਾਰੀ ਮਿਲੀ ਔਰ ਮਰਦਾਂ ਨੇ ਵੀ ਮਹਿਸੂਸ ਕੀਤਾ ਕਿ ਨਹੀਂ, ਔਰਤਾਂ ਸਾਡੇ ਬਰਾਬਰ ਦੀਆਂ ਹਿੱਸੇਦਾਰ ਨੇ। ਪਰ ਉਹ ਕਹਿੰਦੇ ਕਿ ਕਿੰਨਾ ਕੁ ਸਮਾਂ ਇਹ ਸਾਡੇ 'ਤੇ ਜਿਹੜੀ ਇਹ ਪ੍ਰਭਾਵ ਹੈ ਉਹ ਬਚੇ ਰਹਿਣਗੇ। ਜਦੋਂ ਅਸੀਂ ਵਾਪਸ ਘਰਾਂ ਨੂੰ ਆ ਗਏ ਤੇ ਫਿਰ ਸਾਡਾ ਉਹਦੀਆਂ ਪੁਰਾਤਨ ਰਵਾਇਤਾਂ ਨੇ, ਜਿਹੜੀਆਂ ਫਿਊਡਲ ਸੁਸਾਇਟੀ ਵਾਲੇ ਰੋਲ ਨੇ, ਉਹ ਸਾਡੇ 'ਤੇ ਹਾਵੀ ਕਿਤੇ ਨਾ ਕਿਤੇ ਹੋਣੇ ਸ਼ੁਰੂ ਹੋ ਜਾਣੇ ਆ। ਤੇ ਕਿਤੇ ਨਾ ਕਿਤੇ ਇਹ ਗੱਲ ਹੈ ਵੀ ਸੱਚ ਕਿ ਸਾਡੀ ਜਿਹੜੀ ਯਾਦ ਸ਼ਕਤੀ ਆ ਉਹ ਬਹੁਤ ਲੰਮਾ ਸਮਾਂ ਨਹੀਂ ਰਹਿੰਦੀ। ਅਸੀਂ ਕਈ ਵਾਰ ਵਕਤੀ ਤੌਰ 'ਤੇ ਪ੍ਰਭਾਵਿਤ ਹੁੰਦੇ ਹਾਂ, ਪਰ ਅਮਲੀ ਜ਼ਿੰਦਗੀ ਦੇ ਵਿੱਚ ਸਾਡੇ ਅੰਦਰ ਜੋ ਪਹਿਲੇ ਦਾ ਕੂੜ ਕਬਾੜ ਹੈ ਉਹ ਨਿਕਲਣਾ ਬਹੁਤ ਔਖਾ ਹੁੰਦਾ। ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਸਡਨਲੀ ਇੱਕ ਸੰਘਰਸ਼, ਉਹਦੇ ਵਿੱਚ 1 ਸਾਲ ਜਾਂ 1.25 ਸਾਲ ਅਸੀਂ ਰਹੇ ਹਾਂ,
ਤੇ ਉਹ ਸਾਰੇ ਸਿਸਟਮ ਨੂੰ ਇੱਕ ਯਕਦਮ ਪਾਕ ਸਾਫ਼ ਕਰ ਦੇਗਾ। ਇਹ ਅਸੰਭਵ ਜੀ ਗੱਲ ਹੁੰਦੀ ਹੈ ਜੀ। ਤੁਸੀਂ 1857 ਦੇ ਗਦਰ ਦੀ ਗੱਲ ਲੈ ਲਓ, ਉਸ ਵੇਲੇ ਜਦੋਂ ਪੜ੍ਹਦੇ ਆ ਤਾਂ ਉਹਨੇ ਬਹੁਤ ਸਾਰੇ ਲੋਕਾਂ ਨੂੰ ਉਸੇ ਟਾਈਮ ਪ੍ਰਭਾਵਿਤ ਨਹੀਂ ਸੀ ਕੀਤਾ, ਬਟ ਲੰਬੇ ਸਮੇਂ ਵਿੱਚ ਸਹਿਜੇ ਸਹਿਜੇ ਉਹ ਲੋਕਾਂ ਦੀ ਸੋਚ ਦਾ 1857 ਵਾਲਾ ਗਦਰ ਬਣਿਆ, ਔਰ ਲੋਕਾਂ ਦੀ ਸੋਚ ਜਿਹੜੀ ਆ ਉਹ ਇਸ ਗੱਲ ਲਈ ਪਰਪੱਕ ਹੁੰਦੀ ਗਈ ਕਿ ਅਸੀਂ ਅੰਗਰੇਜ਼ ਦਾ ਜੂਆ ਗਲੋਂ ਲਾਉਣਾ ਹੈ। ਸੋ ਉਹ ਫਿਰ ਉਸ ਤੋਂ ਬਾਅਦ ਤੁਸੀਂ 1857 ਤੋਂ ਬਾਅਦ 1947 ਵਿੱਚ 90 ਸਾਲ ਬਾਅਦ ਜਾ ਕੇ ਉਹਦੇ ਪੂਰੇ ਪ੍ਰਭਾਵ ਸਾਡੇ ਸਾਹਮਣੇ ਆਏ। ਉਦੋਂ ਵੀ ਮਨੁੱਖ ਬਹੁਤ ਹਿੰਸਕ ਹੋ ਗਿਆ। ਸੋ ਕਈ ਵਾਰ ਸਾਡੇ ਦੁਆਲੇ ਜਿਹੜੇ ਇੰਨੇ ਜਿਹੜੇ ਉਹ ਜਾਲ ਵਿਸ਼ੇ ਹੁੰਦੇ ਆ ਕਿ ਉਹਨਾਂ ਨੂੰ ਸਾਰਿਆਂ ਤੋਂ ਬੰਧਨ ਮੁਕਤ ਹੋਣਾ ਜਿਹੜਾ ਉਹ ਛੇਤੀ ਜੀ ਗੱਲ ਨਹੀਂ ਹੁੰਦੀ। ਇਸ ਸੰਘਰਸ਼ ਨੇ ਬਹੁਤ ਕੁਝ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਤੁਸੀਂ ਔਰਤਾਂ ਦੀ ਚੇਤਨਤਾ ਇਸ ਸੰਘਰਸ਼ ਤੋਂ ਬਾਅਦ ਵੇਖੀ ਆ। ਸਾਡੀਆਂ ਔਰਤਾਂ, ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਮੂੰਹ ਤੋਂ ਪਰਦਾ ਹਟਾ ਕੇ ਵੀ ਖੁਸ਼ ਨਹੀਂ ਸੀਗੀਆਂ, ਜਾਂ ਉਹ ਇਸ ਗੱਲ ਤੇ ਮਹਿਸੂਸ ਕਰਦੀਆਂ ਸੀ ਕਿ ਮੂੰਹ ਤੋਂ ਪਰਦਾ ਚੁੱਕਣਾ ਵੀ ਜਿਹੜਾ ਹੈ ਉਹ ਇੱਕ ਸਮਾਜ ਦੇ ਵਿੱਚ ਚੰਗੀ ਗੱਲ ਨਹੀਂ, ਉਹ ਬੇਬਾਕ ਹੋ ਕੇ ਬੋਲੀਆਂ ਨੇ, ਔਰ ਬੇਬਾਕ ਹੋ ਕੇ ਹੁਣ ਉਹਨਾਂ ਨੇ ਸੁਸਾਇਟੀ ਪ੍ਰਤੀ ਕੰਟਰੀਬਿਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਦੇ ਪ੍ਰਭਾਵ ਜਿਹੜੇ ਆ ਉਹ ਲੰਬੇ ਸਮੇਂ ਤੱਕ ਸਾਡੇ ਸਰੀਰ ਦੇ ਵਿੱਚ, ਜਦੋਂ ਕੋਈ ਥੋੜੇ ਸਮੇਂ ਲਈ ਬਿਮਾਰੀ ਆ ਜੇ ਉਹਨੂੰ ਅਸੀਂ ਇਮੀਡੀਏਟ ਮੈਡੀਸਨ ਦੇ ਨਾਲ ਠੀਕ ਵੀ ਕਰ ਲੈਂਦੇ ਹਾਂ, ਪਰ ਉਹਦੇ ਪ੍ਰਭਾਵ ਜਿਹੜੇ ਆ ਉਹ ਲੰਬਾ ਸਮਾਂ ਰਹਿੰਦੇ ਆ। ਕਿ ਇਹ ਨਹੀਂ ਕੋਈ ਇੱਕ ਵਾਰ ਅਸੀਂ ਉਹਦੀ ਮੈਡੀਸਨ ਲੈ ਲਈ ਤੇ ਉਹਦਾ ਕੋਈ ਪ੍ਰਭਾਵ ਹੀ ਨਹੀਂ ਰਿਹਾ। ਸੋ ਸਮਾਜ ਵਿੱਚ ਜਿਹੜੇ ਲੰਬੇ ਸਮੇਂ ਤੋਂ ਕੂੜ ਪ੍ਰਚਾਰ ਤੇ ਝੂਠੀਆਂ ਜਿਹੜੀਆਂ ਕਰਮਕਾਂਡ ਨੇ ਉਹ ਨਿਕਲਦੇ ਗਿੱਲ ਸਾਹਿਬ ਹੁੰਦੇ ਆ। ਸੋ ਮੈਂ ਕਦੀ ਨਹੀਂ ਵੇਖਦਾ ਕਿ ਉਹ ਸੰਘਰਸ਼ ਨੇ ਸਾਡੇ ਜੀਵਨ ਨੂੰ ਨਹੀਂ ਬਦਲਿਆ। ਉਸ ਸੰਘਰਸ਼ ਦਾ ਹੀ ਸਿੱਟਾ ਸੀਗਾ ਕਿ ਹੁਣ ਉੱਤਰੀ ਭਾਰਤ ਦੇ ਲੋਕ ਜਿਹੜੇ ਆ ਉੱਥੋਂ ਦੇ ਰਾਜਨੀਤਿਕ ਲੋਕਾਂ ਨੂੰ ਸਵਾਲ ਕਰਨ ਡੈ ਪਏ ਨੇ, ਜਿਹੜੇ ਕਿ ਕਦੀ ਡਰਦੇ ਸੀ, ਗੱਲ ਨਹੀਂ ਸੀ ਕਰਦੇ। ਔਰ ਤੁਸੀਂ ਅਮਰੀਕਾ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਵੇਖਿਆ ਹੈ, ਹੁਣ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਇਲੈਕਸ਼ਨਾਂ ਨੇ, ਰਾਜਨੀਤਿਕ ਪਾਰਟੀ ਕਿਸੇ ਦਾ ਵੀ ਜਿੱਤ ਜਾਣਾ ਜਿਹੜਾ ਹੈ ਉਹ ਕੋਈ ਜੀ ਗੱਲ ਨਹੀਂ ਹੈਗੀ। ਗੱਲ ਸਿਰਫ ਇਹ ਹੈ ਕਿ ਕੀ ਉਸ ਰਾਜਨੀਤਿਕ ਸਿਸਟਮ ਦੇ ਵਿੱਚ ਲੋਕ ਚੇਤਨ ਹੋ ਕੇ ਵਿਚਰਨਾ ਸ਼ੁਰੂ ਕਰ ਦੇਣ ਤੇ ਉਹ ਫਿਰ ਗੱਲ ਹੁੰਦੀ ਆ। ਫਿਰ ਸਹਿਜੇ ਇਹੀ ਸਮਾਜ ਨੂੰ ਬਦਲਣ ਦੀ ਬੁਨਿਆਦ ਬਣਦੀਆਂ ਨੇ। ਸੋ ਮੈਂ ਨਹੀਂ ਕਦੀ ਵੀ ਇਹ ਸਮਝਿਆ ਕਿ ਉਹ ਸੰਘਰਸ਼ ਨੇ ਸਾਡੀ ਜ਼ਿੰਦਗੀ ਨੂੰ ਨਹੀਂ ਬਦਲਿਆ। ਜਿਹੜੇ ਛੋਟੇ ਬੱਚੇ, ਉਹਨਾਂ ਨੇ ਪਤਾ ਨਹੀਂ ਕਦੋਂ ਕਾਲਜਾਂ ਦੇ ਵਿੱਚ ਜਾ ਕੇ ਜਾਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਸੰਘਰਸ਼ ਪ੍ਰਤੀ ਉਹਨਾਂ ਦੀ ਕੋਈ ਮਾਨਸਿਕਤਾ ਬਣਨੀ ਸੀ। ਜਿਹੜੇ 10-10, 12-12 ਸਾਲ ਦੇ ਬੱਚੇ ਵੀ ਉੱਥੇ ਗਏ ਨੇ, ਉਹ ਬੜਾ ਹੀ ਅੱਛਾ ਸੰਦੇਸ਼ ਤੇ ਬੜੀ ਅੱਛੀ ਚੇਤਨਤਾ ਲੈ ਕੇ ਆਏ ਨੇ। ਉਹ ਸਹਿਜੇ ਉਹਨਾਂ ਦੀ ਜ਼ਿੰਦਗੀ ਦਾ ਵਰਤਾਰਾ ਬਣ ਜਾਣੀ ਆ, ਜਿਹਨੇ ਉੱਤਮ ਸਮਾਜ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦੇਣਾ ਹੈ। ਤੋਂ ਮੇਰੀ ਧਾਰਨਾ ਦੇ ਵਿੱਚ ਉਹ ਜਿਹੜਾ ਸੰਘਰਸ਼ ਆ ਉਹ ਸੰਸਾਰ ਦਾ ਵਿਲੱਖਣ ਤਰ੍ਹਾਂ ਦਾ ਸੰਘਰਸ਼ ਸੀ। ਔਰ ਸੱਚੀ ਗੱਲ, ਜਿੱਦਾਂ ਤੁਸੀਂ ਕਿਹਾ, ਮੈਂ ਵੀ ਉੱਥੇ ਜਾ ਕੇ ਆਇਆ। ਉੱਥੇ ਜਾ ਕੇ ਮੈਨੂੰ ਕੁਛ ਨਹੀਂ, ਆਪਣੇ ਘਰ ਸੇਫ ਲੋਕਾਂ ਤੋਂ ਲੂਪ ਹੋਏ ਬੈਠੇ ਨੂੰ ਮੈਨੂੰ ਤੇ ਮੇਰੀ ਵਾਈਫ ਨੂੰ ਕਰੋਨਾ ਹੋ ਗਿਆ ਸੀ। ਪਰ ਉੱਥੇ ਇੰਨੀ ਖਲਕਤ ਦੇ ਵਿੱਚ ਕਰੋਨਾ ਹੋਣ ਦੀ ਗਿਣਤੀ ਜਿਹੜੀ ਆ ਉਹ ਕਿਤੇ ਨਾ ਮਾਤਰ ਹੀ ਰਹੀ ਹੈ। ਕੋਈ 10-12 ਕੇਸ ਭਾਵੇਂ ਕਿਤੇ ਹੋਏ ਹੋਣ, ਨਹੀਂ ਤੇ ਜਿੱਦਾਂ ਉਹ ਕਹਿੰਦੇ ਸੀ ਕਿ ਮਨੁੱਖਾਂ ਦੇ ਇਕੱਠ ਦੇ ਵਿੱਚ ਉਹ ਕਰੋਨਾ ਫੈਲਣ ਦੀ ਬਹੁਤ, ਔਰ ਉਹਦੇ ਪਿੱਛੇ ਕਾਰਨ ਹੀ ਇਹ ਸੀਗਾ ਕਿ ਉੱਥੋਂ ਦੇ ਜਿੰਨੇ ਵੀ ਲੋਕ ਸ਼ਾਮਲ ਸੀਗੇ ਉਹ ਚੌਗਿਰਦੇ ਦੀ ਸਫਾਈ ਪ੍ਰਤੀ ਤੇ ਆਪਣੀ ਸਰੀਰਕ ਸਫਾਈ ਪ੍ਰਤੀ ਬਹੁਤ ਜ਼ਿਆਦਾ ਚੇਤਨ ਸੀ। ਉੱਥੇ ਲੋਕ ਮੈਂ ਵੇਖਿਆ ਰੋਜ਼ ਨਹਾਉਂਦੇ ਧੋਂਦੇ, ਕੱਪੜੇ ਧੋਂਦੇ, ਸਾਫ਼ ਕੱਪੜੇ ਪਾ ਕੇ ਰੋਜ਼ ਉਸ ਸੰਘਰਸ਼ ਵਿੱਚ ਜਾਂਦੇ ਸੀਗੇ। ਸ਼ਾਇਦ ਉਹ ਪਿੰਡ ਵਿੱਚ ਰਹਿੰਦੇ, ਕੱਪੜੇ ਦੂਜੇ-ਤੀਜੇ ਦਿਨ ਬਾਅਦ ਬਦਲਦੇ, ਪਰ ਉੱਥੇ ਲੋਕ ਰੋਜ਼ ਕੱਪੜੇ ਧੋ ਕੇ ਬਦਲਦੇ ਸੀ। ਦੂਜੀ ਗੱਲ, ਉੱਥੇ ਇੱਕ ਜਿਹੜਾ ਸਾਡਾ ਦਿਮਾਗ ਆ, ਜ਼ਿੰਦਗੀ ਦੀ ਜਿਹੜੀ ਜੀਵਨ ਜਾਚ ਸੀ, ਉਹਦੇ ਵਿੱਚ ਪੋਜ਼ਿਟਿਵਿਟੀ ਬਹੁਤ ਸੀਗੀ। ਜਦੋਂ ਮਨੁੱਖ ਦੀ ਜ਼ਿੰਦਗੀ ਵਿੱਚ ਪੋਜ਼ਿਟਿਵਿਟੀ ਹੁੰਦੀ ਹੈ ਨਾ, ਫਿਰ ਉਹਨੂੰ ਕੋਈ ਨਿੱਕੀਆਂ ਮੋਟੀਆਂ ਦਿੱਕਤਾਂ ਨਹੀਂ ਆਉਂਦੀਆਂ। ਤੋ ਇਸ ਗੱਲ ਦੇ ਉੱਤੇ ਮੈਂ ਸਹਿਮਤ ਹਾਂ ਕਿ ਉਹਨੇ ਜਿਹੜੇ ਆ ਨਹੀਂ ਕੋਈ ਇਮੀਡੀਏਟ ਪ੍ਰਭਾਵ ਨਹੀਂ ਦਿਸੇ, ਪਰ ਮੈਨੂੰ ਲੱਗਦਾ ਹੈ ਕਿ ਉਸ ਦੇਸ਼ ਦੀ ਜਿਹੜੀ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਜਨਤਾ ਦੀ ਭਾਗੀਦਾਰੀ ਵਧੇਗੀ ਔਰ ਚੇਤਨਤਾ ਨਾਲ ਭਾਗੀਦਾਰੀ ਵਧੇਗੀ। ਤਾਂ ਉਹ ਜਿਹੜਾ ਸੰਘਰਸ਼ ਆ ਉਹ ਬਹੁਤ ਕੁਝ ਦੇ ਗਿਆ ਹੈ। ਬਹੁਤ ਸਾਰੇ ਰਾਜਨੀਤਿਕ ਤੌਰ ਤੇ ਜਿਨ੍ਹਾਂ ਦੀਆਂ ਸੋਚਾਂ ਵੱਖ ਸੀ ਉਹ ਲੋਕ ਇਕੱਠੇ ਹੋਏ, ਜਿਨ੍ਹਾਂ ਦੀਆਂ ਸਮਾਜਿਕ ਤੌਰ ਤੇ ਸੋਚਾਂ ਵੱਖ ਸੀ ਉਹ ਲੋਕ ਇਕੱਠੇ ਹੋਏ। ਔਰ ਵੱਡੀ ਗੱਲ, ਉਸ ਸੰਘਰਸ਼ ਦੇ ਵਿੱਚ ਜਿਹੜਾ ਸਾਹਿਤ ਰਚਿਆ ਗਿਆ ਹੈ, ਜਦੋਂ ਕਿ ਸਾਡੇ ਸਮਾਜ ਦੇ ਸਾਹਿਤ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਨੇ, ਪਰ ਉੱਥੇ ਲੱਚਰਤਾ ਵੀ ਵੱਧ ਰਹੀ ਸੀ। ਮੈਂ ਇਹ ਨੋਟ ਕੀਤੀ ਆ ਕਿ ਉਸ ਸੰਘਰਸ਼ ਤੋਂ ਬਾਅਦ ਜਿਹੜੇ ਸਾਡੇ ਨਵੇਂ ਗੀਤ ਆ ਰਹੇ ਨੇ, ਸਾਡੀਆਂ ਨਵੀਆਂ ਕਹਾਣੀਆਂ ਆ ਰਹੀਆਂ ਨੇ,
ਜਾਂ ਨਵੀਆਂ ਫਿਲਮਾਂ ਆ ਰਹੀਆਂ ਨੇ ਉਹਨਾਂ ਦੇ ਵਿੱਚ ਲੱਚਰਤਾ ਜਿਹੜੀ ਆ ਉਹ ਘਟੀ ਆ ਔਰ ਮਨੁੱਖਤਾ ਨੂੰ ਪਰਨਾਈਆਂ ਹੋਈਆਂ ਗੱਲਾਂ ਜ਼ਿਆਦਾ ਹੋਣ ਲੱਗ ਪਈਆਂ। ਬਿਲਕੁਲ ਹਸਪਾਲ ਜੀ, ਔਰ ਇਹ ਸਾਡੇ ਸਮਿਆਂ ਦਾ ਇੱਕ ਇਤਿਹਾਸਕ ਦਸਤਾਵੇਜ਼ ਹੈ ਜਿਹੜਾ ਅੱਗੇ ਰੈਫਰੈਂਸ ਵਾਂਗੂ ਹੋਏਗਾ। ਜਿਵੇਂ ਮੈਂ ਕਿਹਾ ਕਿ ਯੂਨੀਵਰਸਿਟੀਆਂ ਦੇ ਸਿਲੇਬਸ 'ਚੋਂ ਜਿਹੜਾ ਐਪੀਸੋਡ ਹੈ ਉਹਨੂੰ ਪੜ੍ਹਾਇਆ ਜਾਇਆ ਕਰੇਗਾ। ਜਿੱਦਾਂ ਬਹਾਦਰੀ ਦੇ ਕਾਰਨਾਮੇ ਗਿਣਦੇ ਹਾਂ ਤੇ ਅਜੇ ਤੱਕ ਉੱਤੇ ਫਿਲਮਾਂ ਬਣ ਰਹੀਆਂ ਨੇ, ਜਿਹੜੇ ਕੋਈ 10-11 ਸਿੱਖਾਂ ਦੀ ਬਹਾਦਰੀ ਦੇ ਕਾਰ ਸਾਰਾਗੜੀ ਵਾਲੀ ਕਹਾਣੀ ਆਪਾਂ ਪੜ੍ਹਦੇ ਹਾਂ। ਇਸੇ ਤਰ੍ਹਾਂ ਹੀ ਜਦੋਂ ਮਨੁੱਖਤਾ ਦੇ ਕੰਮ ਆਉਣ ਦੀ ਗੱਲ ਕਰਾਂਗੇ ਜਾਂ ਇੱਕ ਸਾਂਝੀ ਵਾਲਤਾ ਦੀ ਗੱਲ ਕਰਾਂਗੇ ਤੇ ਇਹ ਸੰਘਰਸ਼ ਸਾਡੇ ਚੇਤਿਆਂ 'ਚ ਵਸਿਆ ਰਹੇਗਾ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਸੇਧ ਦਿੰਦਾ ਰਹੇਗਾ। ਸੋ ਆਪਾਂ ਨੂੰ ਗੱਲ ਤੇ ਫਿਰ ਉੱਥੇ ਆਈਏ ਕਿ ਜੀਵਨ ਜਿਉਣ ਦਾ ਜਿਹੜਾ ਅੰਦਾਜ਼ ਹੈ ਉਹਨੂੰ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਬਦਲਣ ਦੀ ਲੋੜ ਹੈ। ਜੇ ਆਪਾਂ ਇਸ ਚੀਜ਼ ਨੂੰ ਸਮਝਣ ਵਾਲੇ ਪਾਸੇ ਪਈਏ ਕਿ ਸਾਡੀ ਸੁਸਾਇਟੀ ਸਾਡੇ ਲਈ ਬਹੁਤ ਕੁਝ ਕਰ ਰਹੀ ਹੁੰਦੀ ਆ, ਭਾਵੇਂ ਸਾਨੂੰ ਉਹ ਨੰਗੀ ਅੱਖ ਨਾਲ ਪ੍ਰਤੱਖ ਰੂਪ 'ਚ ਨਹੀਂ ਦਿਖ ਰਹੀ ਹੁੰਦੀ। ਅਸੀਂ ਕਿਤੇ ਨਾ ਕਿਤੇ ਸਮਝਦੇ ਹਾਂ ਕਿ ਅਸੀਂ ਦੂਜਿਆਂ ਨਾਲੋਂ ਜ਼ਿਆਦਾ ਇੰਟੈਲੀਜੈਂਟ ਸੀਗੇ ਤਾਂ ਹੀ ਇੱਥੇ ਪਹੁੰਚੇ। ਕਦੇ ਅਸੀਂ ਇੱਦਾਂ ਸੋਚ ਕੇ ਵੇਖੀਏ ਕਿ ਬਹੁਤ ਸਾਰੇ ਲੋਕ ਜਿਹੜੇ ਵੈਸੇ ਤਾਂ ਕੁਦਰਤ ਨੇ ਸਭ, ਮੈਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਸਭ ਨੂੰ ਕੁਛ ਨਾ ਕੁਝ ਵਿਸ਼ੇਸ਼ ਦਿੱਤਾ ਹੁੰਦਾ, ਅਤੇ ਜਿਹੜੇ ਲੋਕ ਸਾਡੇ ਤੋਂ ਚੰਗੀ ਜਿਹੜੀ ਦਿਮਾਗੀ ਸੁਰਤ ਰੱਖਣ ਵਾਲੇ ਆ ਉਹ ਕਿਤੇ ਪਿੱਛੇ ਛੁੱਟ ਗਏ। ਪਿੱਛੇ ਮੈਂ ਇੱਕ ਪੜ੍ਹ ਰਿਹਾ ਸੀਗਾ, ਕਿਸੇ ਨੇ ਸੋਸ਼ਲ ਮੀਡੀਆ 'ਤੇ ਪਾਇਆ ਸੀਗਾ ਕਿ ਇੱਕ ਵਿਅਕਤੀ ਬੜਾ ਉਦਾਸ ਰਹਿੰਦਾ ਸੀਗਾ ਅਤੇ ਉਹ ਕਿਸੇ ਪੰਡਿਤ ਜੀ ਕੋਲ ਗਿਆ ਆਪਣੇ ਪਰਿਵਾਰ ਨੂੰ ਨਾਲ ਲੈ ਕੇ, ਅਤੇ ਪੰਡਿਤ ਨੂੰ ਉਹਨਾਂ ਦੇ ਘਰ ਵਾਲੇ ਕਹਿੰਦੇ ਜੀ ਇਹਨਾਂ ਦਾ ਵੇਖੋ ਇਹ ਬਹੁਤ ਉਦਾਸ ਰਹਿੰਦੇ ਆ, ਬਹੁਤ ਪਰੇਸ਼ਾਨ ਰਹਿੰਦੇ ਆ। ਅਤੇ ਉਹ ਕਹਿੰਦੇ ਜੀ ਕਿਹੜੀ ਗੱਲੋਂ ਪਰੇਸ਼ਾਨ ਰਹਿੰਦੇ ਹੋ? ਕਹਿੰਦੇ ਜੀ ਜ਼ਿੰਦਗੀ ਮੁੱਕਦੀ ਜਾਂਦੀ ਆ ਪਰ ਮੈਂ ਕੀਤਾ ਕੁਛ ਨਹੀਂ ਅਤੇ ਮੈਨੂੰ ਇਸ ਗੱਲ ਦਾ ਪਛਤਾਵਾ ਆ ਕਿ ਹੋਰ ਕਿੰਨਾ ਕੁ ਸਮਾਂ ਰਹਿਣਾ ਅਤੇ ਕਰਕੇ ਕੁਛ ਨਹੀਂ ਚੱਲੇ। ਅਤੇ ਉਹ ਬੰਦਾ ਵਿਅਕਤੀ ਜਿਹੜਾ ਪੰਡਿਤ ਦੇ ਰੂਪ 'ਚ ਸੀ, ਅੱਗੋਂ ਉਹ ਸੂਝਵਾਨ ਸੀ, ਸਿਆਣਾ ਸੀ, ਉਹ ਕਹਿੰਦਾ ਜੀ ਤੁਹਾਡੀ ਮੈਨੂੰ ਜਿਹੜੀ ਬਿਮਾਰੀ ਉਹਦਾ ਇਲਾਜ ਲੱਭ ਗਿਆ, ਤੁਸੀਂ ਡਿਪਰੈਸ਼ਨ 'ਚ ਨਹੀਂ ਜਾ ਸਕਦੇ। ਤੁਸੀਂ ਇੱਕ ਕੰਮ ਕਰੋ, ਤੁਸੀਂ ਬਹੁਤਾ ਦੂਰ ਨਾ ਜਾਇਓ, 10ਵੀਂ ਦਾ ਰਜਿਸਟਰ ਲੱਭ ਲਓ ਜਿੱਥੇ ਤੁਸੀਂ ਪੜ੍ਹ ਕੇ ਆਏ ਹੋ, ਸਾਰੇ ਬੰਦਿਆਂ ਦੀ ਲਿਸਟ ਬਣਾ ਲਓ ਅਤੇ ਇਕੱਲੇ ਇਕੱਲੇ ਦੀ ਜੀਵਨੀ ਨੂੰ ਘੋਖਣਾ ਸ਼ੁਰੂ ਕਰ ਦਿਓ। ਕਹਿੰਦਾ ਜਦੋਂ ਉਸ ਬੰਦੇ ਨੇ ਇਹ ਕੰਮ ਸ਼ੁਰੂ ਕੀਤਾ, ਜਾ ਕੇ ਵੇਖਿਆ ਕਿ ਮੇਰੇ ਨਾਲ 50 ਕੁ ਮੁੰਡੇ ਪੜ੍ਹਦੇ ਸੀਗੇ, ਉਹ ਇਕੱਲੇ ਇਕੱਲੇ ਨੂੰ ਵੇਖਣ ਲੱਗਿਆ, ਉਹਨਾਂ 'ਚ 50 ਚੋਂ ਅੱਧੇ ਕਿਤੇ ਚੱਲ ਵਸੇ ਸੀ। ਫਿਰ ਜਿਹੜੇ ਉਹ ਵਿਅਕਤੀ ਕੋਈ ਅੱਗੇ ਲੰਘ ਗਏ, ਕੋਈ ਪਿੱਛੇ ਰਹਿ ਗਏ, ਉਹਨਾਂ ਦਾ ਐਨਾਲਿਸਿਸ ਕਰਨ ਲੱਗਾ ਅਤੇ ਉਹਨੂੰ ਲੱਗਿਆ ਨਹੀਂ ਮੇਰਾ ਜੀਵਨ ਵੀ ਐਡਾ ਵਿਅਰਥ ਨਹੀਂ ਆ, ਸਾਰਥਕ ਹੈ, ਮੈਂ ਵੀ ਕੁਝ ਚੰਗਾ ਕੰਮ ਕੀਤਾ। ਅਤੇ ਇਸ ਤਰ੍ਹਾਂ ਬੰਦਾ ਜਦੋਂ ਕੰਪੇਅਰ ਕਰਦਾ ਆ ਆਪਣੀ ਲਾਈਫ ਨੂੰ, ਜਦੋਂ ਵੇਖਦਾ ਪਿੱਛੇ ਛੁੱਟ ਕੇ ਸਮਿਆਂ ਨੂੰ ਵੇਖਦਾ ਅਤੇ ਫਿਰ ਉਹਨੂੰ ਲੱਗਦਾ ਹੈ ਕਿ ਮੈਂ ਸਹੀ ਰਾਹ 'ਤੇ ਸੀ ਜਾਂ ਗਲਤ ਰਾਹ 'ਤੇ, ਉਹਦਾ ਉਹ ਖੁਦ ਮੰਥਨ ਕਰੇ ਅਤੇ ਫਿਰ ਹੀ ਉਹਨੂੰ ਜ਼ਿੰਦਗੀ ਦੀ ਔਰ ਸਮਾਜ ਦੀ ਬਿਹਤਰ ਸਮਝ ਆ ਸਕਦੀ ਹੈ। ਦੇਖੋ ਜਿੱਦਾਂ ਜੇ ਤੁਸੀਂ ਸੰਤੁਸ਼ਟੀ ਦੇ ਆਲਮ ਵਿੱਚ ਫਿਰ ਤੁਸੀਂ ਗੱਲ ਬਹੁਤ ਪਤੇ ਦੀ ਕੀਤੀ ਹੈ ਕਿ ਜਦੋਂ ਸਾਡੇ ਮਨ ਦੇ ਅੰਦਰ ਇੱਕ ਭਾਵਨਾ ਆ ਜਾਂਦੀ ਹੈ ਕਿ ਸਾਨੂੰ ਸੰਤੁਸ਼ਟੀ ਮਿਲਦੀ ਹੈ ਕਿ ਅਸੀਂ ਕੁਝ ਕਰਨ ਵਿੱਚ ਸਫਲ ਹੋ ਗਏ, ਤੇ ਉਦੋਂ ਤੁਸੀਂ ਆਟੋਮੈਟਿਕਲੀ ਆਪਣੇ ਆਪ ਹੀ ਜਿਹੜਾ ਉਹ ਆਪਣੇ ਸਮਾਜ ਪ੍ਰਤੀ, ਆਪਣੇ ਚਿਰਦੇ ਪ੍ਰਤੀ ਸੋਚਣਾ ਸ਼ੁਰੂ ਕਰ ਦਿੰਦੇ ਆ ਔਰ ਉਹਨੂੰ ਤੁਸੀਂ ਕੁਝ ਵਾਪਸ ਕਰਨ ਦੀ ਭਾਵਨਾ ਵੀ ਜਿਹੜੀ ਆ ਉਹ ਲੈ ਆਉਂਦੇ ਆ। ਉਹ ਜਿਹੜੀ ਉਹ ਭਾਵਨਾ ਹੈ ਨਾ ਸਾਡੀ, ਸਾਡੇ ਚੁਗਿਰਦੇ ਨੂੰ, ਜਦੋਂ ਤੁਸੀਂ ਕਿਹਾ ਸੰਤੁਸ਼ਟੀ, ਜਦੋਂ ਅਸੀਂ ਸਾਡੇ ਮਨ ਦੇ ਅੰਦਰ ਸੰਤੁਸ਼ਟੀ ਦੀ ਭਾਵਨਾ ਆ ਜਾਂਦੀ ਹੈ ਨਾ, ਉਦੋਂ ਫਿਰ ਸਾਡਾ ਜਿਹੜਾ ਮਨ ਆ, ਸਾਡੇ ਜਿਹੜੀ ਅਵਸਥਾ ਹੈ ਉਹ ਇਸ ਗੱਲ ਪਿੱਛੇ ਆ ਜਾਂਦੀ ਹੈ ਕਿ ਅਸੀਂ ਇਸ ਸਮਾਜ ਨੇ ਜਿਹਨੇ ਸਾਨੂੰ ਇੰਨਾ ਕੁਝ ਦਿੱਤਾ ਹੈ, ਅਸੀਂ ਇਹਨੂੰ ਕੁਝ ਵਾਪਸ ਕਰਨਾ ਹੈ। ਫਿਰ ਜਦੋਂ ਤੁਸੀਂ ਇਹ ਵਾਪਸ ਕਰਨ ਦੀ ਪ੍ਰਕਿਰਿਆ ਵਿੱਚ ਆ ਜਾਂਦੇ ਹੋ ਤਾਂ ਤੁਸੀਂ ਬਹੁਤ ਬਹੁਤ ਉੱਤਮ ਕਾਰਜ ਕਰ ਜਾਂਦੇ ਨੇ ਔਰ ਮਨੁੱਖਾਂ ਨੇ ਬਹੁਤ ਬਹੁਤ ਵੱਡੇ ਕੰਮ ਕੀਤੇ ਨੇ ਇਸ ਅਵਸਥਾ ਦੇ ਵਿੱਚ ਆਣ ਕੇ, ਜਿਹਦੇ ਨਾਲ ਮਨੁੱਖਤਾ ਜਿਹੜੀ ਆ ਉਹ ਬਹੁਤ ਖੁਸ਼ਹਾਲ ਹੋਈ ਆ। ਸੋ ਇਹ ਜਿਹੜੀ ਪ੍ਰਵਿਰਤੀ, ਇਹ ਜਿਹੜੀ ਸੋਚ, ਇਹ ਜਿਹੜੀ ਜੀਵਨ ਜਾਚ ਸੰਤੁਸ਼ਟੀ ਦੀ ਸਾਡੇ ਵਿੱਚ ਜਿਹੜੀ ਆਉਣੀ ਆ, ਇਹ ਮਨੁੱਖ ਨੂੰ ਜਿਹੜੀ ਆ ਉਹ ਬਹੁਤ ਅੱਛੇ ਪਾਸੇ ਲੈ ਜਾਂਦੀ ਆ ਔਰ ਜ਼ਿੰਦਗੀ ਦੀ ਜਿਹੜੀ ਸੰਪੂਰਨਤਾ ਹੈ ਉਹ ਬੜੇ ਖੁਸ਼ ਮਾਹੌਲ ਦੇ ਵਿੱਚ ਹੁੰਦੀ ਹੈ। ਤੋ ਤੁਰਨਾ ਤਾਂ ਹਰ ਮਨੁੱਖ ਨੇ, ਤੁਸੀਂ ਜਿੰਨੀਆਂ ਮਰਜ਼ੀ ਕਾਰਾਂ, ਕੋਠੀਆਂ, ਵੱਡੇ ਕਾਰੋਬਾਰ ਲੁੱਟ ਖਸੁੱਟ ਕਰਕੇ ਤਿਆਰ ਕਰ ਦਿਓ, ਜਾਣ ਲੱਗਿਆ ਜਿਹੜਾ ਹੈ ਉਹ ਤੁਸੀਂ ਖਾਲੀ ਹੱਥੀ ਜਾਣਾ ਹੈ। ਔਰ ਜੇ ਤੁਸੀਂ ਮਨੁੱਖਤਾ ਦੀ ਲੁੱਟ ਖਸੁੱਟ ਕਰਕੇ ਜਾਂਦੇ ਆ ਤੇ ਉਹ ਇੱਕ ਗੱਲ ਕਹਿੰਦੇ ਆ ਕਿ ਜਦੋਂ ਬੰਦਾ ਸਿਵਿਆਂ ਨੂੰ ਜਾਂਦਾ ਹੈ ਉਹ ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਦਾ ਨਹੀਂ, ਉਹਦੇ ਪਿੱਛੇ ਸਾਰੀ ਜਿਹੜੀ ਆ ਉਹ ਉਸ ਵੇਲੇ ਆ ਜਾਂਦੀ ਆ, ਉਹਦੀ ਉਦੋਂ ਹੀ ਪਤਾ ਲੱਗ ਜਾਂਦੀ ਆ ਕਿ ਇਹ ਮਨੁੱਖ ਇਹੋ ਜਿਹਾ ਸੀ।
ਸੋ ਇਹ ਸੰਤੁਸ਼ਟੀ ਦੀ ਭਾਵਨਾ ਹੀ ਜਿਹੜੀ ਆ ਉਹ ਮਨੁੱਖਤਾ ਨੂੰ ਪਰਨਾਏ ਹੋਏ ਮਨੁੱਖ ਦੀ ਸ਼ੁਰੂਆਤ ਹੁੰਦੀ ਆ ਕਿ ਹੁਣ ਉਹ ਮਨੁੱਖਤਾ ਪ੍ਰਤੀ ਸੁਚੇਤ ਆ, ਉਹ ਮਨੁੱਖਤਾ ਲਈ ਕੰਮ ਕਰ ਰਿਹਾ ਜੀ। ਹੰਸਪਾਲ ਜੀ, ਸੰਤੁਸ਼ਟੀ ਤੋਂ ਭਾਵ ਇਹ ਵੀ ਨਹੀਂ ਲੈਣਾ ਚਾਹੀਦਾ ਕਿ ਅਸੀਂ ਅੱਗੇ ਕੁਝ ਕਰਨ ਦਾ ਸੋਚਣਾ ਬੰਦ ਕਰ ਦਈਏ। ਉਹ ਕਹਿੰਦੇ ਆ ਨਾ, ਵਗਦੇ ਪਾਣੀ ਹਮੇਸ਼ਾ ਸਾਫ਼ ਰਹਿੰਦੇ ਨੇ, ਖਲੋਤੇ ਛੱਪੜ ਜਿਹੜੇ ਬਦਬੂ ਮਾਰ ਜਾਂਦੇ ਨੇ। ਏਦਾਂ ਵੀ ਸੰਤੁਸ਼ਟ ਨਾ ਹੋ ਜਾਈਏ ਕਿ ਅਸੀਂ ਬਹੁਤ ਕੁਝ ਕਰਤਾ ਸਮਾਜ ਵਾਸਤੇ, ਜੋ ਵੀ। ਮੈਂ ਉਹਨੂੰ ਸਭ ਜ਼ਿੰਦਗੀ ਦਾ ਨਿਕੰਮਾਪਣ ਸਮਝਦਾ। ਹਾਂ, ਜੇ ਇਹ ਗੱਲ ਸਮਝਦੇ ਹੈ ਨਾ ਕਿ ਮੈਂ ਬਹੁਤ ਕੁਝ ਕਰ ਦਿੱਤਾ ਹੈ ਤੇ ਹੁਣ ਮੈਨੂੰ ਹੱਥ ਤੇ ਹੱਥ ਧਰ ਕੇ ਬਹਿ ਜਾਣਾ ਚਾਹੀਦਾ ਹੈ, ਉਹ ਜ਼ਿੰਦਗੀ ਦੀ ਜਿਹੜੀ ਆ ਉਹ ਨਿਕੰਮਾਪਣ ਆ। ਤੁਸੀਂ ਉਦੋਂ ਹੀ ਤੇ ਜਦੋਂ ਤੁਹਾਨੂੰ ਐਂ ਲੱਗਦਾ ਕਿ ਮੈਂ ਬਹੁਤ ਕੁਝ ਕਰ ਦਿੱਤਾ ਹੈ, ਉਦੋਂ ਇੱਕ ਨਵਾਂ ਕੰਮ ਜਿਹੜਾ ਹੈ ਉਹ ਤੁਸੀਂ ਆਪਣਾ ਜਿਹੜਾ ਕਰਜ਼ ਆ ਤੁਹਾਡੇ ਸਮਾਜ ਦਾ, ਤੁਹਾਡੇ ਚਗਿਰਦੇ ਦਾ, ਉਤਾਰਨ ਵੱਲ ਤਿਆਰ ਹੁੰਦੇ ਆ। ਕਿਉਂਕਿ ਪਰਿਵਾਰ ਪਾਲਣੇ ਵੀ ਜ਼ਰੂਰੀ ਆ। ਜੇ ਅਸੀਂ ਪਰਿਵਾਰ ਦੇ ਉੱਤੇ ਗੱਲ ਨਹੀਂ ਕਰਦੇ ਤਾਂ ਇਹ ਫਿਰ ਸੰਸਾਰ ਕਿਵੇਂ ਚੱਲੇਗਾ? ਸੰਸਾਰ ਨੂੰ ਚਲਾਉਣ ਲਈ ਆਪਣੇ ਪਰਿਵਾਰਾਂ ਦੇ ਵਿੱਚ ਵਿਚਰਨਾ, ਉਹਨਾਂ ਦੀ ਚੰਗੀ ਦੇਖਭਾਲ ਕਰਨੀ, ਇਹ ਜ਼ਿੰਦਗੀ ਦਾ ਬਹੁਤ ਜ਼ਰੂਰੀ ਅਹਿਮ ਅੰਗ ਹੈ। ਪਰ ਆਪਣੇ ਸੰਸਾਰ ਦੇ ਵਿੱਚ ਰਹਿੰਦਿਆਂ ਆਪਣੇ ਪਰਿਵਾਰਾਂ ਦੇ ਕੰਮ ਕਰਦੇ, ਆਪਣੇ ਬੱਚਿਆਂ ਦੇ ਕੰਮ ਕਰਦੇ, ਆਪਣੇ ਮਾਤਾ ਪਿਤਾ ਲਈ ਸੁੱਖ ਸਹੂਲਤਾਂ ਤਿਆਰ ਕਰਦੇ ਕਰਦੇ, ਉਹ ਜਿਸ ਸੰਸਾਰ ਨੇ ਸਾਨੂੰ ਪੈਦਾ ਕੀਤਾ ਹੈ ਸਾਰਾ ਕੁਝ ਹੈ। ਬਾਬਾ ਵੀ ਫਿਰ ਸਾਨੂੰ ਇੱਕ ਸੰਦੇਸ਼ ਬਹੁਤ ਵੱਡਾ ਸਾਡੀ ਗੁਰਬਾਣੀ ਦਿੰਦੀ ਆ, ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਫਿਰ ਉਹ ਰਾਹ ਸਾਨੂੰ ਤਦ ਹੀ ਸਮਝ ਆਉਂਦਾ ਹੈ। ਔਰ ਦੂਜੀ ਗੱਲ, ਮੈਂ ਤੁਹਾਡੇ ਪ੍ਰੋਗਰਾਮ 'ਚ ਇੱਕ ਮਾਫੀ ਮੰਗ ਲੈਣਾ ਹੈ ਕਿ ਗਿੱਲ ਸਾਹਿਬ ਤੇ ਮੈਂ ਦੋਨੋਂ, ਤੁਹਾਡੇ ਦੋਨਾਂ ਵੱਲੋਂ, ਅਸੀਂ ਗੁਰਬਾਣੀ ਦੇ ਬਹੁਤ ਵੱਡੇ ਗਿਆਤਾ ਨਹੀਂ ਹੈਗੇ। ਕਿਤੇ ਕੋਈ ਤੁਕ ਦਾ ਉਚਾਰਨ ਕਰਦਿਆਂ ਗਲਤੀ ਹੋ ਗਏ ਤੇ ਅਸੀਂ ਦੋਨੋਂ ਹੀ ਭੁੱਲ ਚੁੱਕਦੇ, ਮਾਫ ਹੈ। ਕਿਉਂਕਿ ਕਈ ਵਾਰ ਇਸ ਤਰ੍ਹਾਂ ਦੀ ਭਾਵਨਾ ਆ ਕਿ ਨਾ ਗੁਰਬਾਣੀ ਦਾ ਸ਼ੁੱਧ ਉਚਾਰਨ ਨਹੀਂ, ਉਹ ਕੱਟੜਪਣ ਹੈ ਹੰਸਪਾਲ ਜੀ। ਉਹ ਇਦਾਂ ਚੀਜ਼ਾਂ ਦੇ ਵਿੱਚ ਜਾਣਾ ਵੀ ਨਹੀਂ ਚਾਹੀਦਾ। ਜਿਹੜੇ ਲੋਕ ਸੋਚਦੇ ਇਦਾਂ ਦੀ ਸੋਚ ਹੋਣੀ ਵੀ ਨਹੀਂ ਚਾਹੀਦੀ। ਗੱਲ ਤੇ ਆ ਕਿ ਬਿਹਤਰ ਚੀਜ਼ ਕਿਤੋਂ ਵੀ ਮਿਲਦੀ ਆ ਤੇ ਉਹਨੂੰ ਜ਼ਰੂਰ ਆਪਾਂ ਨੂੰ ਅਡਾਪਟ ਕਰਨਾ ਚਾਹੀਦਾ, ਚਾਹੇ ਉਹ ਗੁਰਬਾਣੀ 'ਚੋਂ ਹੋਵੇ, ਕਿਤੇ ਗੀਤਾ 'ਚੋਂ ਮਿਲ ਜੇ, ਕਿਤੇ ਮਿਲ ਜੇ। ਧਾਰਮਿਕ ਗ੍ਰੰਥ ਵੀ ਮਨੁੱਖ ਨੂੰ ਮਨੁੱਖ ਬਣਾਉਣ ਲਈ ਹੀ ਪੈਦਾ ਹੋਏ ਨੇ। ਉਹ ਵੱਖਰੀ ਗੱਲ ਹੈ ਕਿ ਜਿਹੜੇ ਇੰਸਟੀਟਿਊਸ਼ਨ ਅੱਗੇ ਬਣ ਜਾਂਦੇ ਨੇ ਉਹ ਸਾਨੂੰ ਧਰਮਾਂ ਨੂੰ ਵੀ ਕਿਰਾਏ ਪਾ ਦਿੰਦੇ ਕਿਤੇ ਨਾ ਕਿਤੇ। ਸੋ ਪਰ ਮੈਂ ਤਾਂ ਤੁਹਾਡੇ ਤੋਂ ਜਿਹੜਾ ਤੁਸੀਂ ਪ੍ਰੋਗਰਾਮ ਦਾ ਨਾਂ ਰੱਖਿਆ ਜ਼ਿੰਦਗੀ ਦੇ ਅੰਗ ਸੰਗ, ਇਹਦੇ ਵਿੱਚ ਮੈਂ ਇਹੀ ਸੋਚਦਾ ਕਿ ਜ਼ਿੰਦਗੀ ਦੇ ਅੰਗ ਸੰਗ ਰਹਿੰਦੇ ਹੋਏ ਜ਼ਿੰਦਗੀ ਪ੍ਰਤੀ ਖੂਬਸੂਰਤ ਗੱਲਾਂ ਕਰੀਏ। ਸਾਡੇ ਕੋਈ ਸ਼ਬਦ, ਸਾਡੇ ਕੋਈ ਉਚਾਰਨ ਕਿਸੇ ਦੀ ਭਾਵਨਾਵਾਂ ਨੂੰ ਕੋਈ ਠੇਸ ਨਾ ਪਹੁੰਚਾਉਣ, ਉਹਨਾਂ ਨੂੰ ਜ਼ਿੰਦਗੀ ਦੇ ਅੰਗ ਸੰਗ ਲੈ ਕੇ ਆਉਣ ਤੇ ਜ਼ਿੰਦਗੀ ਦਾ ਖੂਬਸੂਰਤ ਆਨੰਦ ਇਹ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕ ਤੇ ਸਾਰਾ ਸਮਾਜ ਸੁਚੇਤ ਹੋ ਕੇ ਮਾਣੇ। ਉਹ ਜਿਸ ਭਾਵਨਾ ਨਾਲ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ, ਉਸੇ ਦੀ ਭਾਵਨਾ ਦੀ ਮੈਂ ਕਦਰ ਕਰਦੇ ਹੋਇਆ ਕਹਿੰਦਾ ਵੀ ਸਾਡੇ ਕਿਸੇ ਵੀ ਗੱਲ ਤੋਂ ਸਾਡੇ ਕਿਸੇ ਵੀ ਦਰਸ਼ਕ ਦੀ ਕੋਈ ਭਾਵਨਾਵਾਂ ਆਹਤ ਨਾ ਹੋਵੇ। ਜੀ ਹੰਸਪਾਲ ਜੀ, ਤੁਸੀਂ ਸ਼ੁਰੂਆਤ 'ਚ ਕਿਹਾ ਕਿ ਅਸੀਂ ਕੋਈ ਫਿਲਾਸਫਰ ਨਹੀਂ, ਵਿਦਵਾਨ ਨਹੀਂ, ਅਸੀਂ ਸਧਾਰਨ ਵਿਅਕਤੀ ਹਾਂ, ਸਧਾਰਨ ਘਰਾਂ 'ਚੋਂ ਆਏ ਹਾਂ ਤੇ ਅਸੀਂ ਜ਼ਿੰਦਗੀ ਨੂੰ ਜਿਸ ਤਰੀਕੇ ਨਾਲ ਸਾਡਾ ਆਪਣੇ ਐਕਸਪੀਰੀਅੰਸ ਨੇ ਉਹ ਜ਼ਰੂਰ ਸਾਂਝੇ ਕਰਦੇ ਹਾਂ, ਜੋ ਕੁਛ ਅਸੀਂ ਆਲੇ ਦੁਆਲੇ 'ਚੋਂ ਸਿੱਖਿਆ। ਸੋ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਵੀ ਹੋ ਸਕਦੀਆਂ ਨੇ ਤੇ ਸਾਡੇ ਸੂਝਵਾਨ ਦਰਸ਼ਕ ਜਿਹੜੇ ਆ ਉਹ ਸਾਡੀਆਂ ਲਿਮਿਟੇਸ਼ਨ ਨੂੰ ਵੀ ਸਮਝਦੇ ਨੇ ਤੇ ਸਾਡੇ ਭਾਵਨਾਵਾਂ ਨੂੰ ਵੀ ਸਮਝਦੇ ਨੇ ਕਿ ਅਸੀਂ ਕਿਹੜੀ ਚੀਜ਼ ਲਈ ਇਹ ਕੰਮ ਜਿਹੜਾ ਆਰੰਭਿਆ ਹੈ, ਪ੍ਰੋਗਰਾਮ ਕਿਉਂ ਆਰੰਭਿਆ। ਕਿਉਂਕਿ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਹੋਵੇ। ਜਿੱਦਾਂ ਕਮੈਂਟ ਆਉਂਦੇ ਨੇ, ਜਿਸ ਤਰੀਕੇ ਨਾਲ ਦੋਸਤ ਉੱਤੇ ਸਾਨੂੰ ਉਤਸ਼ਾਹ ਦਿੰਦੇ ਨੇ, ਉਹਨਾਂ ਤੋਂ ਵੀ ਅਸੀਂ ਬਹੁਤ ਕੁਝ ਸਿੱਖ ਕੇ ਅਗਲੇ ਐਪੀਸੋਡ ਹੋਰ ਬਿਹਤਰ ਕਰਨ ਲਈ ਕੋਸ਼ਿਸ਼ ਕਰਦੇ ਰਵਾਂਗੇ। ਸੋ ਹੰਸਪਾਲ ਜੀ, ਸਮਾਂ ਦੀ ਆਪਣੀ ਸੀਮਾ, ਸਮਾਂ ਆਪਣਾ ਸਮਾਪਤ ਹੈ ਤੇ ਕੋਈ ਅਖੀਰ 'ਚ ਦੋ ਸ਼ਬਦ ਕਹਿਣੇ ਚਾਹੋ ਅੱਜ ਦੇ ਪ੍ਰੋਗਰਾਮ ਦੇ ਸੰਦੇਸ਼ ਵਜੋਂ ਤੇ ਫਿਰ ਆਪਾਂ ਸੰਦੇਸ਼ ਤੇ ਅਸੀਂ ਦੋਨੋਂ ਹੀ ਦੇਣ ਦੇ ਸਮਰੱਥ ਹੈ ਨਹੀਂ। ਇਸ ਤੇ ਬੇਨਤੀ ਕਰਦੇ ਹਾਂ ਕਿ ਇੱਕ ਹੈਗੀ ਆ ਗੁਰਬਾਣੀ ਦੀ ਤੁਕ ਕਿ ਸੱਚ ਜਿਹੜਾ ਹੈ ਸਭ ਤੋਂ ਉੱਤੇ ਹੈ, ਪਰ ਜਿਹੜਾ ਸੱਚ ਦਾ ਆਚਾਰ ਆ, ਜਿਹੜਾ ਅਸੀਂ ਜ਼ਿੰਦਗੀ ਨੂੰ ਸੱਚ ਨਾਲ ਜਿਉਂਦੇ ਆ, ਉਹ ਸੱਚ ਤੋਂ ਵੀ ਉੱਤੇ ਦੀ ਇੱਕ ਭਾਵਨਾ ਹੈ। ਤੋ ਸਾਰੇ ਦਰਸ਼ਕਾਂ ਨੂੰ ਬੇਨਤੀ ਆ, ਉਹ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਸੁਝਾਅ ਦਿਓ, ਇਸ ਪ੍ਰੋਗਰਾਮ ਵਿੱਚ ਪਾਰਟੀਸਪੇਸ਼ਨ ਦਿਓ, ਆਪਣੀ ਜੋ ਵੀ ਤੁਸੀਂ ਦਿਲ ਦੀ ਗੱਲ ਕਹਿਣੀ ਚਾਹੁੰਦੇ ਆ ਗਿੱਲ ਸਾਹਿਬ ਤੇ ਮੈਂ ਉਹਨੂੰ ਖੁੱਲੇ ਦਿਲ ਤੇ ਖੁੱਲੇ ਮਨ ਨਾਲ ਪ੍ਰਵਾਨ ਕਰਾਂਗੇ। ਸੋ ਆਓ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਹੋਰ ਐਪੀਸੋਡ ਅੱਗੇ ਕਰਦੇ ਰਹਾਂਗੇ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਹੰਸਪਾਲ ਜੀ, ਤੇ ਆਪਣੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਤੇ ਜਦੋਂ YouTube ਤੇ ਵੀ ਇਹ ਪ੍ਰੋਗਰਾਮ ਜਾਏਗਾ ਫਿਰ ਕਮੈਂਟ ਆਉਣਗੇ ਹੋਰ ਤੇ ਫਿਰ ਅਸੀਂ ਹੋਰ ਬਿਹਤਰ ਢੰਗ ਨਾਲ ਇਹਨੂੰ ਬਣਾ ਸਕਾਂਗੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਆਪਣੀ ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ
ਆਪਣਾ ਮਾਣ।